नमस्ते, सत श्री अकाल। गुड इवनिंग सर। आई होप ਸਾਰੇ ਠੀਕ ਠਾਕ ਹੋਵੋਗੇ। ਔਰ ਮੈਂ ਦੇਖ ਰਿਹਾ ਸੀ ਤਰੁਣ ਜੀ ਬੜੇ ਵਧੀਆ ਤਰੀਕੇ ਦੇ ਨਾਲ ਠੀਕ ਹੈ ਨਾ ਤੁਹਾਨੂੰ ਪ੍ਰੈਜੈਂਟੇਸ਼ਨ ਦੇ ਰਹੇ ਸੀਗੇ ਇਸ ਇੰਡਸਟਰੀ ਦੇ ਰਿਗਾਰਡਿੰਗ। ਔਰ ਬਹੁਤ ਸਾਰੇ ਪਰਸਨ ਹੈਗੇ ਜਿਨ੍ਹਾਂ ਨੇ ਬਹੁਤ ਕਨਸੈਂਟਰੇਸ਼ਨ ਦੇ ਨਾਲ ਇਸ ਪ੍ਰੋਫੈਸ਼ਨ ਦੇ ਬਾਰੇ ਸੁਣਿਆ। ਥੈਂਕ ਯੂ ਸੋ ਮਚ ਔਰ ਬਹੁਤ ਸਾਰੇ ਦੋਸਤ ਇਦਾਂ ਦੇ ਹੋਣੇ ਆ ਜਿਨ੍ਹਾਂ ਨੇ ਫਸਟ ਟਾਈਮ ਇਸ ਪ੍ਰੋਫੈਸ਼ਨ ਦੇ ਬਾਰੇ ਸੁਣਿਆ ਹੋਣਾ। ਕੁਝ ਦੋਸਤ ਇਦਾਂ ਦੇ ਹੋਣੇ ਆ ਜਿਨ੍ਹਾਂ ਨੂੰ ਕੁਝ ਆਈਡੀਆ ਹੋਣਾ ਇਸ ਇੰਡਸਟਰੀ ਦੇ ਬਾਰੇ। ਸੋ ਅੱਜ ਆਪਾਂ ਸਾਰੀਆਂ ਗੱਲਾਂ ਇਸ ਇੰਡਸਟਰੀ ਦੇ ਬਾਰੇ ਕਰਾਂਗੇ ਕਿ ਐਕਚੁਅਲ 'ਚ ਇੰਡਸਟਰੀ ਹੈਗੀ ਕੀ ਆ, ਕਦੋਂ ਤੋਂ ਇਸ ਦੀ ਸ਼ੁਰੂਆਤ ਹੋਈ ਆ ਔਰ ਇਹਦੇ ਵਿੱਚ ਫਿਊਚਰ ਕੀ ਆ। ਰਾਈਟ। ਸੋ ਦੇ ਲਈ ਮੈਨੂੰ ਤੁਹਾਡੇ ਸਾਰਿਆਂ ਦੀ ਕੋਆਪਰੇਸ਼ਨ ਚਾਹੀਦੀ ਆ ਕਿ ਮੈਨੂੰ ਤੁਹਾਡਾ ਸਾਰਿਆਂ ਦਾ 10 ਤੋਂ 15 ਮਿੰਟ ਦੇ ਲਈ ਸਹਿਯੋਗ ਚਾਹੀਦਾ। ਆਪਾਂ 10 ਤੋਂ 15 ਮਿੰਟ ਦੇ ਸੈਸ਼ਨ ਦੇ ਵਿੱਚ ਹੈਗੇ ਆ ਤਾਂ ਕਿ 10 ਤੋਂ 15 ਮਿੰਟ ਦੇ ਲਈ ਫਿਜ਼ੀਕਲੀ ਮੈਂਟਲੀ ਮੇਰਾ ਸਾਥ ਦੇਣ ਲਈ ਤਿਆਰ ਹੋ ਦੋਸਤ। ਯੈਸ ਸਰ ਜੀ ਥੈਂਕਸ। ਕੁਝ ਵੀ ਕਹਿਣ ਤੋਂ ਪਹਿਲਾਂ ਦੋਸਤ ਆਪਣੇ ਬਾਰੇ ਦੱਸਾਂਗਾ। ਮੇਰਾ ਨਾਮ ਦਲਜੀਤ ਸਿੰਘ, ਸੰਗਰੂਰ ਸ਼ਹਿਰ ਨੂੰ ਬਿਲੋਂਗ ਕਰਦਾ ਔਰ ਅੱਜ ਤੋਂ 10 ਸਾਲ ਪਹਿਲਾਂ ਇਸ ਇੰਡਸਟਰੀ ਦੇ ਬਾਰੇ ਜਿਹੜਾ ਹੈਗਾ ਸੁਣਿਆ ਸੀ ਔਰ ਇਸ ਨੂੰ ਸ਼ੁਰੂਆਤ ਕੀਤੀ ਸੀ ਦੋਸਤ, ਜਿਹਦੇ ਬਾਰੇ ਅੱਜ ਤੁਸੀਂ ਸੁਣਿਆ। ਕਿਉਂਕਿ ਆਪਣਾ ਦੇਖੋ ਸਭ ਦਾ ਜਿਹੜਾ ਪਰਪਸ ਹੈਗਾ ਦੋਸਤੋ ਜ਼ਿੰਦਗੀ ਦੇ ਵਿੱਚ ਕੀ ਹੈਗਾ, ਪਿੱਛੇ ਰਹਿਣਾ ਨਹੀਂ ਹੈਗਾ। ਅਸੀਂ ਚਾਹੇ ਕਿਸੇ ਵੀ ਲਾਈਨ ਦੇ ਵਿੱਚ ਅੱਜ ਕੰਮ ਕਰਦੇ ਪਏ ਆ, ਸਾਡਾ ਪਰਪਸ ਇੱਕੋ ਹੀ ਆ ਕਿ ਅਸੀਂ ਉਸ ਲਾਈਨ ਦੇ ਵਿੱਚ ਲੀਡ ਕਰੀਏ, ਅਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰੀਏ ਔਰ ਅਸੀਂ ਉਹਨਾਂ ਚੁਣਿੰਦਾ ਲੋਕਾਂ ਦੇ ਵਿੱਚ ਆਈਏ ਜਿਹੜੇ ਹਰ ਫੀਲਡ ਦੇ ਲਈ ਠੀਕ ਹੈ ਨਾ ਕ੍ਰੀਏਟਿਵ ਜਾਣੇ ਜਾਂਦੇ ਹੈਗੇ ਆ ਜਾਂ ਅਗਾਂਹ ਵਧੂ ਸੋਚ ਦੇ ਮਾਲਕ ਜਾਣੇ ਜਾਂਦੇ। ਯੈਸ ਯੈਸ ਸਰ। ਆਪਾਂ ਖੁਦ ਸੋਚ ਕੇ ਦੇਖੋ ਦੋਸਤ, ਜਦੋਂ ਆਪਾਂ ਸਾਰੇ ਪੜ੍ਹਦੇ ਸੀ, ਬਹੁਤ ਸਾਰੇ ਮੇਰੇ ਦੋਸਤ ਹੁਣ ਵੀ ਪੜ੍ਹ ਰਹੇ ਹੋਣੇ ਆ, ਤਾਂ ਜਦੋਂ ਅਸੀਂ ਪੜ੍ਹ ਰਹੇ ਹੁੰਦੇ ਆ ਤਾਂ ਆਪਾਂ ਸਾਰੇ ਕੀ ਦੇਖਦੇ ਆ ਵੀ ਜਿਹੜੇ ਸਭ ਤੋਂ ਬ੍ਰਿਲੀਅੰਟ ਸਟੂਡੈਂਟ ਹੁੰਦੇ ਆ ਜੀ ਸਰ, ਉਹ ਕੀ ਕਰਦੇ ਆ, ਉਹ ਸਾਇੰਸ ਲੈਂਦੇ ਆ। ਰਾਈਟ ਸਰ। ਯੈਸ ਯੈਸ ਸਰ। ਕਹਿਣ ਤੋਂ ਭਾਵ ਕਿ ਜਿਹੜੇ ਸਭ ਤੋਂ ਸਮਝਦਾਰ ਲੋਕ ਹੁੰਦੇ ਆ ਉਹ ਕੀ ਆ, ਸਾਇੰਸ ਲੈਂਦੇ ਆ। ਔਰ ਜਿਹੜੇ ਉਸ ਤੋਂ ਘੱਟ ਸਮਝਦਾਰ ਹੁੰਦੇ ਉਹ ਲੋਕੀ ਕੀ ਕਰਦੇ ਆ, ਕਾਮਰਸ ਲੈਂਦੇ ਹੈਗੇ ਆ। ਔਰ ਜਿਹੜੇ ਉਸ ਤੋਂ ਵੀ ਘੱਟ ਸਮਝਦਾਰ ਹੁੰਦੇ ਆ ਉਹ ਲੋਕੀ ਸਿੰਪਲ ਵਿਚਾਰੇ ਆਰਟਸ ਲੈ ਲੈਂਦੇ ਹੈਗੇ ਆ। ਠੀਕ ਹੈ ਨਾ। ਔਰ ਜਿਹੜੇ ਉਸ ਤੋਂ ਵੀ ਘੱਟ ਸਮਝਦਾਰ ਲੋਕੀ ਹੁੰਦੇ ਆ ਉਹ ਸਿਰਫ ਸਕੂਲ ਤੱਕ ਹੀ ਸੀਮਿਤ ਰਹਿੰਦੇ ਆ, ਮੈਟ੍ਰਿਕ ਤੱਕ ਹੀ ਜਾਂਦੇ ਆ। ਔਰ ਜਿਹੜੇ ਉਸ ਤੋਂ ਵੀ ਘੱਟ ਸਮਝਦਾਰ ਲੋਕ ਹੈਗੇ ਉਹ ਵਿਚਾਰੇ ਅਨਪੜ੍ਹ ਦਿਹਾਤੀ ਹੀ ਰਹਿੰਦੇ ਆ। ਇਹੀ ਕੈਟਾਗਰੀ ਚੱਲਦੀਆਂ ਨੇ ਆਪਣੇ ਸਮਾਜ ਦੇ ਵਿੱਚ। ਯੈਸ। ਤਾਂ ਹੁਣ ਤੋਂ ਜਿਹੜੇ ਸਭ ਤੋਂ ਬ੍ਰਿਲੀਅੰਟ ਸਟੂਡੈਂਟ ਹੁੰਦੇ ਉਹ ਕੀ ਕਰਦੇ ਹੈਗੇ ਆ, ਸਾਇੰਸ ਲੈਣ ਤੋਂ ਬਾਅਦ ਕੀ ਕਰਦੇ ਹੈਗੇ, ਇੰਜੀਨੀਅਰਿੰਗ ਕਰਦੇ ਆ ਦੋਸਤ, ਬੀਟੈਕ ਕਰਦੇ ਆ, ਐਮਟੈਕ ਕਰਦੇ ਆ। ਜੀ ਸਰ। ਔਰ ਜਿਹੜੇ ਉਸ ਤੋਂ ਘੱਟ ਸਮਝਦਾਰ ਲੋਕ ਹੈਗੇ ਆ ਉਹ ਕੀ ਕਰਦੇ ਹੈਗੇ ਆ, ਉਹ ਬੀਕਾਮ ਕਰਨ ਤੋਂ ਬਾਅਦ ਐਮਬੀਏ ਕਰਦੇ ਆ। ਯੈਸ ਸਰ। ਔਰ ਤੁਸੀਂ ਇੱਕ ਐਮਬੀਏ ਦੇ ਨੀਚੇ ਬੀਟੈਕ ਲੋਕੀ ਕੰਮ ਕਰਦੇ। ਯੈਸ ਸਰ। ਸਾਡੇ ਸਮਾਜ ਦਾ ਮੈਂ ਤੁਹਾਨੂੰ ਸਿਸਟਮ ਦੱਸਣ ਜਾ ਰਿਹਾ, ਸਟਰਕਚਰ ਕਿਸ ਤਰੀਕੇ ਨਾਲ ਵਰਕ ਕਰ ਰਹੇ ਆ ਕਿ ਅਸੀਂ ਸਭ ਤੋਂ ਸਮਝਦਾਰ ਹੋ ਕੇ ਸਾਇੰਸ ਲੈ ਕੇ ਕੀ ਹੈਗਾ ਇੰਜੀਨੀਅਰਿੰਗ ਲਾਈਨ ਜਾਂਦੇ ਹੈਗੇ ਆ, ਬੀਟੈਕ ਕਰਦੇ ਆ। ਲੇਕਿਨ ਜਿਹੜੇ ਸਾਡੇ ਤੋਂ ਘੱਟ ਸਮਝਦਾਰ ਲੋਕੀ ਹੈਗੇ ਆ ਉਹ ਕੀ ਕਰਦੇ ਆ, ਬੀਕਾਮ ਤੋਂ ਬਾਅਦ ਐਮਬੀਏ ਕਰਦੇ ਆ ਔਰ ਐਮਬੀਏ ਹੋਲਡਰ ਦੇ ਅੰਡਰ ਬੀਟੈਕ ਪਰਸਨ ਕੰਮ ਕਰਦੇ ਹੈਗੇ ਆ। ਸੋਚ ਕੇ ਦੇਖੋ ਕਿ ਕਾਮਰਸ ਪਰਸਨ ਦੇ ਅੰਡਰ ਕੌਣ ਕੰਮ ਕਰ ਰਿਹਾ, ਇੱਕ ਸਾਇੰਸ ਵਾਲਾ ਸਟੂਡੈਂਟ ਕੰਮ ਕਰ ਰਿਹਾ। ਔਰ ਜਿਹੜੇ ਉਸ ਤੋਂ ਵੀ ਘੱਟ ਠੀਕ ਹੈ ਨਾ ਸਮਝਦਾਰ ਲੋਕ ਹੁੰਦੇ ਆ, ਉਸ ਤੋਂ ਨਲਾਇਕ ਸਟੂਡੈਂਟ ਜਿਹੜੇ ਹੁੰਦੇ ਉਹ ਕੀ ਕਰਦੇ ਹੈਗੇ, ਆਰਟਸ ਕਰਦੇ ਆ। ਔਰ ਉਹ ਲੋਕੀ ਆਰਟਸ ਕਰਨ ਤੋਂ ਬਾਅਦ ਕੀ ਕਰਦੇ ਹੈਗੇ, ਸਿਵਲ ਸਰਵਿਸਿਜ਼ ਦੇ ਵਿੱਚ ਜਾਂਦੇ ਆ। ਔਰ ਸਿਵਲ ਸਰਵਿਸਿਜ਼ ਦੇ ਵਿੱਚ ਜਾ ਕੇ ਕੀ ਹੈਗਾ ਆਈਏਐਸ ਆਫੀਸਰ ਬਣਦੇ ਆ। ਮੈਂ ਗਲਤ ਤਾਂ ਨਹੀਂ ਆ ਦੋਸਤ? ਤਾਂ ਹੁਣ ਤੁਸੀਂ ਖੁਦ ਸੋਚ ਕੇ ਦੇਖੋ ਕਿ ਇੱਕ ਆਈਏਐਸ ਆਫੀਸਰ ਦੇ ਨੀਚੇ ਐਮਬੀਏ ਹੋਲਡਰ ਕੰਮ ਕਰਦੇ ਆ ਔਰ ਉਹਨਾਂ ਦੇ ਨੀਚੇ ਬੀਟੈਕ ਹੋਲਡਰ ਕੰਮ ਕਰਦੇ ਆ। ਯੈਸ ਸਰ। ਔਰ ਜੋ ਉਸ ਤੋਂ ਵੀ ਨਲਾਇਕ ਲੋਕਾਂ ਦੀ ਗੱਲ ਕਰ ਲਈਏ, ਉਸ ਤੋਂ ਵੀ ਜੇ ਆਪਾਂ ਗੱਲ ਕਰੀਏ ਕਿ ਘੱਟ ਸਮਝਦਾਰ ਜਿਹੜੇ ਲੋਕ ਹੈਗੇ ਆ, ਜਿਹੜੇ ਸਿਰਫ ਜੇ ਆਪਾਂ ਗੱਲ ਕਰ ਲਈਏ ਸਕੂਲ ਤੱਕ ਹੀ ਸੀਮਿਤ ਰਹੇ ਆ, ਵਿਚਾਰੇ 10 ਕਲਾਸਾਂ ਹੀ ਪੜ੍ਹੇ ਆ, ਉਹ ਲੋਕੀ ਕੀ ਕਰਦੇ ਆ, ਉਹ ਲੋਕੀ ਪੋਲੀਟੀਸ਼ੀਅਨ ਬਣਦੇ ਆ। ਯੈਸ ਸਰ। ਔਰ ਪੋਲੀਟੀਸ਼ੀਅਨ ਦੇ ਅੰਡਰ ਆਈਏਐਸ ਕੰਮ ਕਰਦੇ ਆ, ਉਹਨਾਂ ਦੇ ਅੰਡਰ ਐਮਬੀਏ ਕੰਮ ਕਰਦੇ ਆ, ਉਹਨਾਂ ਦੇ ਅੰਡਰ ਬੀਟੈਕ ਕੰਮ ਕਰਦੇ ਆ। ਯੈਸ ਸਰ। ਔਰ ਸਭ ਤੋਂ ਜੇ ਆਪਾਂ ਗੱਲ ਕਰੀਏ ਦਿਹਾਤੀ ਲੋਕ ਜਿਹੜੇ ਵਿਚਾਰੇ 5-7 ਕਲਾਸਾਂ ਹੀ ਪੜ੍ਹੇ ਹੁੰਦੇ ਆ, ਜਿਹਨਾਂ ਨੂੰ ਆਪਾਂ ਇੱਕ ਅਨਪੜ੍ਹ ਦੇ ਬਰਾਬਰ ਕਹਿ ਸਕਦੇ ਹੈਗੇ ਆ। ਯੈਸ ਜੀ ਸਰ। ਜੀ ਸਰ। ਉਹ ਲੋਕੀ ਕੀ ਕਰਦੇ ਆ, ਬਾਬੇ ਬਣਦੇ ਆ, ਸਾਧੂ ਬਣਦੇ ਆ। ਜੀ ਸਰ। ਉਹਨਾਂ ਦੇ ਅੰਡਰ ਪੋਲੀਟੀਸ਼ੀਅਨ ਕੰਮ ਕਰਦੇ ਆ, ਉਹਨਾਂ ਦੇ ਅੰਡਰ ਆਈਏਐਸ ਕੰਮ ਕਰਦੇ ਆ, ਉਹਨਾਂ ਦੇ ਅੰਡਰ ਐਮਬੀਏ ਕੰਮ ਕਰਦੇ ਆ ਔਰ ਉਹਨਾਂ ਦੇ ਅੰਡਰ ਬੀਟੈਕ ਕੰਮ ਕਰਦੇ ਆ। ਯੈਸ ਸਰ। ਇਹ ਸਾਡੇ ਸਮਾਜ ਦਾ ਸਿਸਟਮ ਆ ਦੋਸਤ। ਅਸੀਂ ਵਿਚਾਰੇ ਜ਼ੋਰ ਲਾਉਂਦੇ ਆ, ਸਾਡੇ ਬੱਚੇ ਨੇ ਸਾਇੰਸ ਲਈ ਆ, ਮੈਡੀਕਲ ਲਈ ਆ, ਨਾਨ ਮੈਡੀਕਲ ਇਹ ਉਹ, ਬਟ ਜੋ ਸਾਡਾ ਸਿਸਟਮ ਹੈਗਾ ਰਾਈਟ ਉਹ ਚੱਲ ਹੀ ਇਸ ਤਰੀਕੇ ਨਾਲ ਰਿਹਾ ਕਿ ਜਿਹੜੇ ਵਿਚਾਰੇ ਸਭ ਤੋਂ ਬ੍ਰਿਲੀਅੰਟ ਹੈਗੇ ਆ, ਜਿਹੜੇ ਸਾਇੰਸ ਲੈਂਦੇ ਹੈਗੇ ਆ, ਉਹ ਅੱਜ ਉਹ ਲੋਕਾਂ ਦੇ ਅੰਡਰ ਕੰਮ ਕਰਦੇ ਆ ਜਿਹੜੇ ਸਾਡੇ ਤੋਂ ਕਈ ਹਜ਼ਾਰ ਗੁਣਾ ਪਿੱਛੇ ਹੈਗੇ ਆ। ਯੈਸ ਸਰ। ਹੁਣ ਅਸੀਂ ਖੁਦ ਸੋਚ ਕੇ ਦੇਖੋ ਦੋਸਤ ਕਿ ਅਸੀਂ ਤਰੱਕੀ ਕਿਸ ਤਰੀਕੇ ਨਾਲ ਕਰ ਲਾਂਗੇ।
राइट सर ਜੇ ਬ੍ਰਿਲੀਅੰਟ ਲੋਕੀ ਠੀਕ ਹੈ ਨਾ ਦਿਹਾਤੀ ਲੋਕਾਂ ਦੇ ਅੰਡਰ ਕੰਮ ਕਰਨਗੇ ਤਾਂ ਡਿਵੈਲਪਮੈਂਟ ਦੀ ਉਮੀਦ ਕੀ ਕਰ ਸਕਦੇ ਆ ਦੋਸਤ? राइट सर ਅਸੀਂ ਖੁਦ ਸੋਚ ਕੇ ਦੇਖੀਏ ਕਿ ਸਾਡੇ ਦੇਸ਼ ਨੂੰ ਚਲਾਉਣ ਵਾਲੇ ਲੋਕੀ ਕਿਦਾਂ ਦੇ ਆ ਪਿੱਛੇ ਤੁਸੀਂ ਦੇਖਿਆ ਹੋਣਾ ਕਿ ਇੱਕ ਟਾਈਮ ਸੀ ਜਦੋਂ ਸਾਡੇ ਜਿਹੜੇ ਸਿੱਖਿਆ ਮੰਤਰੀ ਹੈਗੇ ਉਹ ਤੋਤਾ ਸਿੰਘ ਜੀ ਸੀਗੇ। ਯੈਸ जी सर ਹੁਣ ਸੋਚ ਕੇ ਦੇਖੋ ਕਿ ਤੋਤਾ ਸਿੰਘ ਜੀ ਬਿਲਕੁਲ ਇੱਕ ਅੰਗੂਠਾ ਛਾਪ ਬੰਦਾ ਹੈਗਾ ਔਰ ਉਸ ਬੰਦੇ ਨੂੰ ਡਿਪਾਰਟਮੈਂਟ ਦਿੱਤਾ ਐਜੂਕੇਸ਼ਨ ਦਾ ਕਿ ਉਹਨੂੰ ਸਿੱਖਿਆ ਮੰਤਰੀ ਬਣਾਇਆ ਤੋਤਾ ਸਿੰਘ ਨੂੰ। ਤਾਂ ਸੋਚ ਕੇ ਦੇਖੋ ਕਿ ਜੇ ਅਨਪੜ੍ਹ ਲੋਕਾਂ ਦੇ ਹੱਥ ਦੇ ਵਿੱਚ ਸਾਡਾ ਸਿੱਖਿਆ ਡਿਪਾਰਟਮੈਂਟ ਹੋਊਗਾ, ਸਿੱਖਿਆ ਮੰਤਰੀ ਹੋਣਗੇ ਤਾਂ ਡਿਵੈਲਪਮੈਂਟ ਦੀ ਕੀ ਉਮੀਦ ਕਰਾਂਗੇ? ਸੋ ਇਹ ਚੀਜ਼ਾਂ ਸਾਨੂੰ ਸਮਝਣ ਦੀ ਜ਼ਰੂਰਤ ਆ ਦੋਸਤ ਕਿ ਦੇਖੋ ਅਸੀਂ ਸਮਾਜ ਨਹੀਂ ਬਦਲ ਸਕਦੇ ਲੇਕਿਨ ਅਸੀਂ ਸੋਚ ਬਦਲ ਸਕਦੇ ਹਾਂ। राइट सर ਮੈਂ ਇੱਕ ਬੁੱਕ ਦੇ ਵਿੱਚ ਪੜ੍ਹ ਰਿਹਾ ਸੀ, ਉਸ ਬੁੱਕ ਦੇ ਵਿੱਚ ਕੀ ਲਿਖਿਆ ਸੀ, ਉਹ ਬੰਦਾ ਕਹਿੰਦਾ ਵੀ ਮੈਂ ਦੁਨੀਆ ਨਹੀਂ ਬਦਲ ਸਕਦਾ, ਮੈਂ ਦੇਸ਼ ਨਹੀਂ ਬਦਲ ਸਕਦਾ, ਠੀਕ ਹੈ ਨਾ, ਮੈਂ ਇੱਕ ਸਟੇਟ ਨਹੀਂ ਬਦਲ ਸਕਦਾ, ਇੱਕ ਸ਼ਹਿਰ ਨਹੀਂ ਬਦਲ ਸਕਦਾ, ਮੈਂ ਇੱਕ ਪਿੰਡ ਨਹੀਂ ਬਦਲ ਸਕਦਾ, ਮੈਂ ਇੱਕ ਮਹੱਲਾ ਨਹੀਂ ਬਦਲ ਸਕਦਾ, ਪਰ ਮੈਂ ਆਪਣੇ ਆਪ ਨੂੰ ਬਦਲ ਸਕਦਾ। ਕਹਿੰਦਾ ਜੇ ਤੁਸੀਂ ਆਪਣੇ ਆਪ ਨੂੰ ਬਦਲ ਸਕਦੇ ਹੋ ਦੋਸਤ ਤਾਂ ਤੁਹਾਡੇ ਪਰਿਵਾਰ ਨੂੰ ਬਦਲਦੇ ਦੇਰ ਨਹੀਂ ਲੱਗੇਗੀ। ਜੇ ਤੁਹਾਡਾ ਪਰਿਵਾਰ ਦੀ ਸੋਚ ਬਦਲ ਗਈ ਦੋਸਤ, ਤੁਹਾਡੇ ਮਹੱਲੇ ਦੀ ਸੋਚ ਬਦਲਦੇ ਦੇਰ ਨਹੀਂ ਲੱਗੇਗੀ। ਤੁਹਾਡੇ ਮਹੱਲੇ ਦੀ ਸੋਚ ਬਦਲ ਗਈ, ਤੁਹਾਡੇ ਪਿੰਡ ਦੀ ਸੋਚ ਬਦਲਦੇ ਦੇਰ ਨਹੀਂ ਲੱਗੇਗੀ। ਜੇ ਪਿੰਡਾਂ ਦੀ ਸੋਚ ਬਦਲ ਗਈ ਤਾਂ ਸ਼ਹਿਰਾਂ ਦੀ, ਸਟੇਟਾਂ ਦੀ ਤੇ ਇਸ ਦੇਸ਼ ਨੂੰ ਬਦਲਦੇ ਦੇਰ ਨਹੀਂ ਲੱਗੇਗੀ ਦੋਸਤ। ਰਾਈਟ ਸਰ। ਲੇਕਿਨ ਅਸੀਂ ਸੋਚ ਰੱਖਦੇ ਆ ਦੇਸ਼ ਬਦਲਣ ਦੀ, ਅਸੀਂ ਖੁਦ ਨੂੰ ਬਦਲਣਾ ਨਹੀਂ ਚਾਹੁੰਦੇ ਦੋਸਤ। ਸੋ ਇਹ ਚੀਜ਼ਾਂ ਨੂੰ ਸਾਨੂੰ ਸਮਝਣ ਦੀ ਜ਼ਰੂਰਤ ਹੈਗੀ ਆ ਕਿ ਜੇ ਅਸੀਂ ਅੱਜ ਸੋਚ ਕੇ ਦੇਖੀਏ ਦੋਸਤੋ, ਤੁਸੀਂ ਖੁਦ ਸੋਚ ਕੇ ਦੇਖੋ ਕਿ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਯੰਗਸਟਰ, ਚਾਹੇ ਉਹ ਮੈਂ ਸੀ ਚਾਹੇ ਉਹ ਤੁਸੀਂ ਹੈਗੇ ਹੋ, ਜਦੋਂ ਅਸੀਂ ਪੜ੍ਹਦੇ ਹੁੰਦੇ ਆ ਤਾਂ ਸਾਨੂੰ ਫੈਮਿਲੀ ਵੱਲੋਂ ਜਾਂ ਸਾਡੇ ਮਾਈਂਡ 'ਚ ਇੱਕੋ ਹੀ ਥਾਟ ਪ੍ਰੋਸੈਸ ਚੱਲ ਰਿਹਾ ਹੁੰਦਾ ਕਿ ਮੈਂ ਪੜ੍ਹ ਲਿਖ ਕੇ ਇੱਕ ਵਧੀਆ ਜੌਬ ਲੈਣੀ। ਯੈਸ ਸਰ। ਰਾਈਟ। ਯੈਸ ਸਰ। ਤਾਂ ਹੁਣ ਆਪਾਂ ਖੁਦ ਸੋਚ ਕੇ ਦੇਖੀਏ ਕਿ ਅਸੀਂ ਸਾਰੇ ਜੌਬ ਦੇ ਲਈ ਪੈਸ਼ਨੇਟ ਸੀਗੇ, ਠੀਕ ਹੈ ਨਾ, ਸਾਨੂੰ ਫੈਮਿਲੀ ਨੇ, ਸਾਡੇ ਟੀਚਰਸ ਨੇ, ਰਿਲੇਟਿਵਸ ਨੇ, ਠੀਕ ਹੈ ਨਾ, ਸਾਡੇ ਐਜੂਕੇਸ਼ਨ ਸਿਸਟਮ ਨੇ ਪ੍ਰਪੇਅਰ ਹੀ ਜੌਬ ਦੇ ਲਈ ਕੀਤਾ ਦੋਸਤ। ਲੇਕਿਨ ਜੇ ਆਪਾਂ ਕਰੋਨਾ ਕਾਲ ਤੋਂ ਪਹਿਲਾਂ ਦੀ ਸੋਚ ਲੈ ਕੇ ਚੱਲੀਏ, ਮੈਂ ਤੁਹਾਨੂੰ ਥੋੜੇ ਜਿਹੇ ਅੰਕੜੇ ਦੱਸਣ ਜਾ ਰਿਹਾ ਕਰੋਨਾ ਕਾਲ ਤੋਂ ਪਹਿਲਾਂ ਦੇ ਦੋਸਤ। ਸਾਡੇ ਇੰਡੀਆ ਦੇ ਵਿੱਚ ਜੇ ਆਪਾਂ ਗੱਲ ਕਰੀਏ ਦੋਸਤ, ਅਪਰੋਕਸੀਮੇਟ, ਠੀਕ ਹੈ ਨਾ, 950 ਯੂਨੀਵਰਸਿਟੀਜ਼ ਨੇ, 55,000 ਬਿਜ਼ਨਸ ਕਾਲਜਸ ਨੇ ਦੋਸਤ, ਜਿਨ੍ਹਾਂ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ, ਠੀਕ ਹੈ ਨਾ, 3.5 ਕਰੋੜ ਤੋਂ ਜ਼ਿਆਦਾ ਸਟੂਡੈਂਟ ਸਟੱਡੀ ਕਰ ਰਹੇ ਆ। ਔਰ ਜੇ ਆਪਾਂ ਗੱਲ ਕਰੀਏ ਦੋਸਤ ਗ੍ਰੈਜੂਏਟਸ ਦੀ, ਤਾਂ ਜੋ ਅੰਕੜੇ ਦੱਸਦੇ ਹੈਗੇ ਆ, ਠੀਕ ਹੈ ਨਾ, ਉਹ ਇਹ ਦੱਸਦੇ ਹੈਗੇ ਆ ਕਿ ਸਾਡੇ ਇੰਡੀਆ ਦੇ ਵਿੱਚ ਪਰ ਈਅਰ 88 ਲੱਖ ਤੋਂ 90 ਲੱਖ ਪੀਪਲ ਇਦਾਂ ਦੇ ਆ ਜਿਹੜੇ ਕਾਲਜ ਪਾਸ ਆਊਟ ਹੁੰਦੇ ਆ, ਠੀਕ ਹੈ ਨਾ। 10ਵੀਂ ਕਰਕੇ ਘਰ ਕਿੰਨੇ ਬੈਠੇ ਆ, ਪਲੱਸ 2 ਕਰਕੇ ਲਾਈਨ ਚੇਂਜ ਕਿੰਨੇ ਕਰਕੇ, ਉਹਨਾਂ ਦੀ ਗੱਲ ਨਹੀਂ ਕਰ ਰਹੇ ਆ। ਹਰ ਸਾਲ 88 ਲੱਖ ਤੋਂ 90 ਲੱਖ ਪੀਪਲ ਹੈਗੇ ਆ ਜਿਹੜੇ ਕਾਲਜ ਪਾਸ ਆਊਟ ਹੁੰਦੇ ਆ। ਤਾਂ ਹੁਣ ਆਪਾਂ ਖੁਦ ਸੋਚ ਕੇ ਦੇਖੀਏ ਕਿ ਹਰ ਸਾਲ 90 ਲੱਖ ਵੈਕੈਂਸੀਜ਼ ਨਿਕਲਦੀਆਂ ਨੇ। 9 ਸਾਲ ਵੈਕੈਂਸੀਜ਼ ਦਾ ਸਾਲ ਚ 9 ਲੱਖ ਵੀ ਨਹੀਂ ਨਿਕਲਦੀਆਂ। ਸੋ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਦੋਸਤ ਗੱਲ ਕਰੀਏ ਤਾਂ ਹੁਣ ਅਸੀਂ ਖੁਦ ਇਸ ਚੀਜ਼ ਨਾਲ ਐਗਰੀ ਕਰਦੇ ਹੈਗੇ ਆ ਕਿ ਅੱਜ ਦੇ ਟਾਈਮ ਦੇ ਵਿੱਚ ਗਵਰਨਮੈਂਟ ਸੈਕਟਰ ਦੀ ਜਿਹੜੀ ਪਲੇਸਮੈਂਟ ਰੇਸ਼ੋ ਹੈਗੀ ਆ, that is not more than 1%. yes sir. yes। ਤਾਂ ਹੁਣ ਖੁਦ ਸੋਚ ਕੇ ਦੇਖੋ ਕਿ ਸਾਨੂੰ ਲੱਗਦਾ ਹੈਗਾ ਕਿ ਅਸੀਂ ਇੰਨੀ ਸਟੱਡੀ ਕਰਨ ਤੋਂ ਬਾਅਦ ਵੀ ਉਸ 1% ਦੇ ਵਿੱਚ ਆਵਾਂਗੇ ਦੋਸਤ? ਕਿਉਂਕਿ ਉਸ 1% 'ਚ ਵੀ ਕੌਣ ਆਉਂਦਾ ਦੋਸਤ ਜਿਨ੍ਹਾਂ ਦੇ ਕੋਲੇ, ਠੀਕ ਹੈ ਨਾ, ਪੈਸਾ ਹੈਗਾ ਆਪਣੀ ਜੌਬ ਦੇ ਲਈ 10-20 ਲੱਖ ਦੇਣ ਦੇ ਲਈ, ਜਾਂ ਸਿਫਾਰਿਸ਼ਾਂ ਹੈਗੀਆਂ ਪੋਲੀਟੀਕਲ ਕਿਸੇ ਵਧੀਆ ਜੌਬ ਤੇ ਜਾਣ ਦੇ ਲਈ, 1% ਦੇ ਵਿੱਚ ਉਹ ਲੋਕੀ ਆ ਰਹੇ ਆ। ਰਾਈਟ ਸਰ। ਤਾਂ ਇਹ ਚੀਜ਼ਾਂ ਆਪਾਂ ਨੂੰ ਅੱਜ ਸਮਝਣ ਦੀ ਜ਼ਰੂਰਤ ਹੈਗੀ ਆ ਦੋਸਤ ਕਿ ਅਸੀਂ ਅੱਜ ਜਿਹੜੇ ਟਰੈਕ ਦੇ ਲਈ, ਜਿਸ ਚੀਜ਼ ਦੇ ਲਈ ਆਪਣੇ ਆਪ ਨੂੰ ਪ੍ਰਪੇਅਰ ਕਰ ਰਹੇ ਹੈਗੇ ਆ, ਆਪਣਾ 100% ਦੇਣ ਤੋਂ ਬਾਅਦ ਵੀ ਅਸੀਂ ਸ਼ੋਰ ਨਹੀਂ ਹੈਗੇ ਆ ਦੋਸਤ ਕਿ ਸਾਨੂੰ ਉਹ ਚੀਜ਼ ਮਿਲੂਗੀ ਜੋ ਅਸੀਂ ਚਾਹੁੰਦੇ ਆ। ਔਰ ਜੇ ਅਸੀਂ ਗੱਲ ਕਰੀਏ ਦੋਸਤ ਅੰਡਰ ਏਮਪਲੋਇਡ ਸੈਕਟਰ ਦੀ, ਕਿਉਂਕਿ ਸਾਡੇ ਇੰਡੀਆ ਦੇ ਵਿੱਚ ਜੇ ਆਪਾਂ ਗੱਲ ਕਰੀਏ 35 to 45% ਸੈਕਟਰ ਇਦਾਂ ਦਾ ਹੈਗਾ ਜਿਹੜਾ ਅੰਡਰ ਏਮਪਲੋਇਡ ਆ। ਅੰਡਰ ਏਮਪਲੋਇਡ ਮੀਨ ਟੂ ਸੇ ਕਿ ਉਹਨਾਂ ਲੋਕਾਂ ਦੇ ਕੋਲੇ ਰੁਜ਼ਗਾਰ ਹੈ ਬਟ ਸੈਲਰੀ ਇੰਨੀ ਨਹੀਂ ਹੈਗੀ ਕਿ ਉਹ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀ ਲੈਣ। ਬਸ ਇਹ ਹੈਗਾ ਵੀ ਬਸ 2 ਟਾਈਮ ਦੀ ਰੋਟੀ ਹੈਗੀ ਆ, ਠੀਕ ਹੈ ਨਾ। ਅੰਡਰ ਏਮਪਲੋਇਡ ਮੀਨ ਟੂ ਸੇ ਕਿ ਉਹਨਾਂ ਦੀ ਸੈਲਰੀ 8, 10, 12, 15 ਹਜ਼ਾਰ ਹੀ ਹੈਗੀ ਆ, ਜਿਹਦੇ ਨਾਲ ਉਹਨਾਂ ਦਾ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਦੇ ਨਾਲ ਚੱਲ ਰਿਹਾ ਦੋਸਤ, ਠੀਕ ਹੈ ਨਾ। ਇਹੀ ਚੀਜ਼ਾਂ ਅੱਜ ਆਪਾਂ ਨੂੰ ਸਮਝਣ ਦੀ ਜ਼ਰੂਰਤ ਆ। ਔਰ ਅੱਜ ਕਰੋਨਾ ਕਾਲ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਦੋਸਤ, ਜਿੰਨੇ ਵੀ ਵਿਚਾਰੇ ਅੰਡਰ ਏਮਪਲੋਇਡ ਲੋਕੀ ਸੀਗੇ ਉਹਦੇ ਵਿੱਚੋਂ 99% ਲੋਕੀ ਅੱਜ ਜੌਬਲੈਸ ਹੋ ਚੁੱਕੇ ਆ। ਰਾਈਟ ਸਰ।
ਕਿਉਂਕਿ ਉਹ ਸਾਰੇ ਲੋਕੀ ਉਹ ਸੀਗੇ ਜਿਹੜੇ ਪ੍ਰਾਈਵੇਟ ਸੈਕਟਰਸ ਦੇ ਵਿੱਚ ਕੰਮ ਕਰਦੇ ਸੀਗੇ। ਔਰ ਤੁਹਾਨੂੰ ਪਤਾ ਕਿ ਇਸ ਕਰੋਨਾ ਕਾਲ ਨੇ ਪ੍ਰਾਈਵੇਟ ਸੈਕਟਰ ਨੂੰ ਟੋਟਲੀ ਡਿਸਟਰੋਏ ਕਰਤਾ, ਸਾਡੀ ਇੰਡਸਟਰੀ ਟੋਟਲੀ ਸ਼ਟ ਡਾਊਨ ਰਹੀ ਹੈਗੀ ਆ। ਤਾਂ ਜਿੰਨੇ ਵੀ ਵਿਚਾਰੇ ਅੰਡਰ ਏਮਪਲੋਇਡ ਲੋਕੀ ਸੀਗੇ ਅੱਜ ਉਹ ਸਾਰੇ ਜੌਬਲੈਸ ਹੈਗੇ। ਠੀਕ ਹੈ ਕਿ ਕਰੋਨਾ ਤੋਂ ਪਹਿਲਾਂ ਅਸੀਂ ਇੱਕ ਪਰਟੀਕੂਲਰ ਪ੍ਰੋਫੈਸ਼ਨ ਦੇ ਲਈ ਪੈਸ਼ਨੇਟ ਹੁੰਦੇ ਸੀ, ਕਿ ਅਸੀਂ ਜੌਬ ਦੇ ਲਈ ਪੈਸ਼ਨੇਟ ਹੁੰਦੇ ਸੀ। ਲੇਕਿਨ ਇਸ ਕਰੋਨਾ ਕਾਲ ਨੇ ਸਾਨੂੰ ਇੱਕ ਚੀਜ਼ ਰਿਅਲਾਈਜ਼ ਕਰਵਾਈ ਹੈਗੀ ਆ ਕਿ ਸਾਡੇ ਕੋਲੇ ਇੱਕ ਸਾਈਡ ਇਨਕਮ ਦਾ ਹੋਣਾ ਬਹੁਤ ਜ਼ਰੂਰੀ ਆ। ਕਿ ਜੇ ਸਾਡਾ ਮੇਜਰ ਇਨਕਮ ਸੋਰਸ ਬਾਈ ਚਾਂਸ ਠੀਕ ਹੈ ਨਾ ਕੋਲੈਪਸ ਕਰ ਜਾਂਦਾ ਹੈਗਾ, ਤਾਂ ਸਾਡੇ ਕੋਲੇ ਸਰਵਾਈਵ ਕਰਨ ਦੇ ਲਈ ਇੱਕ ਐਮਰਜੈਂਸੀ ਜਿਹੜਾ ਹੈਗਾ ਸੋਰਸ ਆਫ ਇਨਕਮ ਹੋਣਾ ਚਾਹੀਦਾ ਦੋਸਤ। ਯੈਸ ਸਰ। ਤਾਂ ਇਹ ਚੀਜ਼ਾਂ ਅੱਜ ਤੁਹਾਨੂੰ ਵੀ ਸਮਝਣ ਦੀ ਜ਼ਰੂਰਤ ਹੈ ਦੋਸਤ। ਜੀ ਸਰ। ਕਿਉਂਕਿ ਅੱਜ ਜਿਹੜੀ ਇੰਡਸਟਰੀ ਤੁਹਾਡੇ ਨਾਲ ਇੰਟਰੋਡਿਊਸ ਹੋਈ ਆ, ਜੇ ਇਹਦਾ ਪ੍ਰੋਫੈਸ਼ਨਲ ਨਾਮ ਦੀ ਆਪਾਂ ਗੱਲ ਕਰੀਏ, ਦਿਸ ਇਜ਼ ਨੋਨ ਐਜ਼ ਨੈਟਵਰਕ ਮਾਰਕੀਟਿੰਗ ਇੰਡਸਟਰੀ। ਤੁਸੀਂ ਇਹਨੂੰ ਗੂਗਲ ਕਰਕੇ ਦੇਖੋਗੇ ਤਾਂ ਤੁਹਾਨੂੰ ਜਿਹੜਾ ਹੈਗਾ ਇਸ ਇੰਡਸਟਰੀ ਨੂੰ ਨੈਟਵਰਕ ਮਾਰਕੀਟਿੰਗ ਇੰਡਸਟਰੀ ਦੇ ਨਾਂ ਦੇ ਨਾਲ ਜਿਹੜਾ ਹੈਗਾ ਇਸ ਇੰਡਸਟਰੀ ਦਾ ਤੁਹਾਨੂੰ ਜਿਹੜਾ ਹੈਗਾ ਡਾਟਾ ਮਿਲੇਗਾ। ਔਰ ਨੈਟਵਰਕ ਮਾਰਕੀਟਿੰਗ ਇੰਡਸਟਰੀ ਦੀ ਜੇ ਆਪਾਂ ਬੈਕਗ੍ਰਾਉਂਡ ਦੀ ਗੱਲ ਕਰੀਏ ਦੋਸਤ, ਨੈਟਵਰਕ ਮਾਰਕੀਟਿੰਗ ਦੀ ਸ਼ੁਰੂਆਤ ਹੋਈ ਹੈ 1886 ਤੋਂ ਦੋਸਤ। 1886 ਤੋਂ A1 ਨਾਂ ਦੀ ਕੰਪਨੀ ਜਿਹੜੀ ਹੈਗੀ ਆ ਉਸ ਦੇ ਰੂਪ ਦੇ ਵਿੱਚ ਨੈਟਵਰਕ ਮਾਰਕੀਟਿੰਗ ਦੀ ਸ਼ੁਰੂਆਤ ਹੋਈ ਆ। 18ਵੀਂ ਸਦੀ ਤੋਂ ਇਹ ਇੰਡਸਟਰੀ ਚੱਲਦੀ ਆ ਰਹੀ ਹੈਗੀ ਆ। ਤਾਂ ਅੱਜ ਆਪਾਂ ਸੋਚ ਕੇ ਦੇਖੀਏ ਦੋਸਤ ਕਿ ਅੱਜ ਆਪਾਂ 21ਵੀਂ ਸਦੀ ਦੇ ਵਿੱਚ ਬੈਠੇ ਹੈਗੇ। ਯੈਸ ਸਰ। ਸੋ ਕਹਿਣ ਤੋਂ ਭਾਵ ਕੀ ਹੈਗਾ ਕਿ ਇਹ ਇੰਡਸਟਰੀ ਜਿਹੜੀ ਹੈਗੀ ਕੋਈ ਅੱਜ ਕੱਲ ਦੀ ਨਹੀਂ ਹੈਗੀ ਆ। ਇਹ ਇੰਡਸਟਰੀ ਜਿਹੜਾ ਹੈਗਾ ਬਹੁਤ ਪੁਰਾਣੀ ਇੰਡਸਟਰੀ ਹੈਗੀ ਆ। ਲੇਕਿਨ ਜੇ ਆਪਾਂ ਗੱਲ ਕਰੀਏ ਸਾਡੇ ਇੰਡੀਆ ਦੀ, ਤੇ ਸਾਡੇ ਇੰਡੀਆ ਦੇ ਵਿੱਚ ਜਿਹੜੀ ਇਸ ਇੰਡਸਟਰੀ ਦੀ ਸ਼ੁਰੂਆਤ ਹੈਗੀ ਆ ਉਹ ਅਪਰੋਕਸੀਮੇਟ 97-98 ਦੇ ਨੀਅਰ ਬਾਏ ਹੋਈ ਆ। ਔਰ ਜੇ ਗੱਲ ਕਰੀਏ 97-98 ਦੇ ਵਿੱਚ ਇਹ ਇੰਡਸਟਰੀ ਜਿਹੜੀ ਹੈਗੀ ਆ ਥੋੜੀ ਸਾਡੀ ਜਾਣ ਪਹਿਚਾਣ ਦੇ ਵਿੱਚ ਆਉਣੀ ਸ਼ੁਰੂ ਹੋਈ ਆ ਇੰਡੀਆ ਦੇ ਵਿੱਚ, ਠੀਕ ਹੈ ਨਾ। ਔਰ ਜੇ ਇਸ ਇੰਡਸਟਰੀ ਦੇ ਉੱਪਰ ਆਪਾਂ ਦੇਖੀਏ ਵੀ ਲਾਅ ਕਦੋਂ ਬਣਿਆ ਹੈਗਾ, ਤਾਂ ਇਸ ਇੰਡਸਟਰੀ ਦੇ ਉੱਪਰ ਜਿਹੜਾ ਲਾਅ ਬਣਿਆ, ਜਿਹੜਾ ਇਹਨੂੰ ਕਾਨੂੰਨੀ ਦਰਜਾ ਦਿੱਤਾ ਗਿਆ, ਉਹ ਦਿੱਤਾ ਗਿਆ ਸਤੰਬਰ 2016 ਦੇ ਵਿੱਚ। ਯੈਸ ਸਰ। 9 ਸਤੰਬਰ 2016 ਨੂੰ ਇਸ ਇੰਡਸਟਰੀ ਦੇ ਉੱਪਰ ਗਵਰਨਮੈਂਟ ਨੇ ਕਾਨੂੰਨ ਬਣਾਇਆ। ਕਿਉਂਕਿ 97-98 ਤੋਂ ਚੱਲ ਕੇ ਸਾਡੇ ਇੰਡੀਆ ਦੇ ਵਿੱਚ 2016 ਤੱਕ ਇਸ ਇੰਡਸਟਰੀ ਦੇ ਉੱਪਰ ਕੋਈ ਲਾਅ ਨਹੀਂ ਸੀਗਾ। ਇਹਨੂੰ ਇੱਕ ਪ੍ਰਾਈਵੇਟ ਸੈਕਟਰ ਦੇ ਤੌਰ ਤੇ ਠੀਕ ਹੈ ਨਾ ਜਾਣਿਆ ਜਾਂਦਾ ਸੀਗਾ, ਕਿਉਂਕਿ ਇਹਦੇ ਉੱਪਰ ਕੋਈ ਕਾਨੂੰਨ ਨਹੀਂ ਸੀ ਬਣਿਆ, ਠੀਕ ਹੈ ਨਾ। ਲੇਕਿਨ 9 ਸਤੰਬਰ 2016 ਦੇ ਵਿੱਚ ਕਾਨੂੰਨੀ ਤੌਰ ਤੇ ਜਿਹੜਾ ਹੈਗਾ ਇਸ ਇੰਡਸਟਰੀ ਦਾ ਜਨਮ ਹੋਇਆ, ਠੀਕ ਹੈ ਨਾ। ਔਰ ਇਹਦੇ ਉੱਪਰ ਗਵਰਨਮੈਂਟ ਨੇ ਬਾਕਾਇਦਾ ਗਾਈਡਲਾਈਨ ਜਾਰੀ ਕੀਤੀਆਂ, ਇਹਦੇ ਉੱਪਰ ਐਕਟ ਬਣਿਆ, ਠੀਕ ਆ। ਔਰ ਗਵਰਨਮੈਂਟ ਨੇ ਇਸ ਇੰਡਸਟਰੀ ਨੂੰ ਲੀਗਲਾਈਜ਼ ਕੀਤਾ, ਠੀਕ ਹੈ ਨਾ। ਸੋ ਇਹਦਾ ਜਿਹੜਾ ਐਕਚੁਅਲ ਜਨਮ ਹੈਗਾ ਤਾਂ ਮੈਂ ਇਹੀ ਮੰਨਾਂਗਾ ਕਿ 2016 ਦੇ ਵਿੱਚ ਹੋਇਆ ਸਾਡੇ ਇੰਡੀਆ ਦੇ ਵਿੱਚ। ਔਰ ਜੇ ਇਸ ਇੰਡਸਟਰੀ ਦੀ ਗਰੋਥ ਦੀ ਗੱਲ ਕਰੀਏ ਤਾਂ ਜੋ ਇਹਦੀ ਸਭ ਤੋਂ ਵੱਧ ਗਰੋਥ ਦੇਖਣ ਨੂੰ ਮਿਲੀ ਹੈਗੀ ਆ ਦੋਸਤ, ਤਾਂ ਉਹ ਇਸ ਕਰੋਨਾ ਕਾਲ ਤੋਂ ਬਾਅਦ ਮਿਲੀ ਹੈਗੀ ਆ ਦੋਸਤ। ਯੈਸ ਸਰ। ਅੱਜ ਦੇ ਟਾਈਮ ਦੇ ਵਿੱਚ ਠੀਕ ਹੈ ਨਾ ਜਿੰਨੀ ਗਰੋਥ ਤੇ ਇਹ ਇੰਡਸਟਰੀ ਚੱਲ ਰਹੀ ਹੈਗੀ ਆ, ਤਾਂ ਅੱਜ ਸਾਰੀਆਂ ਇੰਡਸਟਰੀਜ਼ ਜਿਹੜੀਆਂ ਹੈਗੀਆਂ ਉਹ ਹੈਰਾਨ ਹੈਗੀਆਂ, ਕਿਉਂਕਿ ਅੱਜ ਇਹ ਇੰਡਸਟਰੀ ਜਿਹੜਾ ਹੈਗਾ ਇੱਕ ਬਹੁਤ ਵੱਡਾ ਰੈਵਨਿਊ ਜਨਰੇਟ ਕਰ ਚੁੱਕੀ ਹੈਗੀ ਆ। ਕਿਉਂਕਿ ਤੁਸੀਂ ਖੁਦ ਦੇਖਿਆ ਹੈਗਾ ਦੋਸਤੋ ਕਿ ਕਰੋਨਾ ਦੇ ਦੌਰਾਨ ਕੰਪਲੀਟਲੀ ਜਦੋਂ ਅਸੀਂ ਲਾਕਡਾਊਨ ਨੂੰ ਫੇਸ ਕਰ ਰਹੇ ਸੀਗੇ ਤਾਂ ਸਾਰੀਆਂ ਇੰਡਸਟਰੀਜ਼ ਕੰਪਲੀਟਲੀ ਸ਼ਟ ਡਾਊਨ ਸੀਗੀਆਂ। ਲੇਕਿਨ ਇੱਕੋ ਇੱਕ ਇਹ ਇੰਡਸਟਰੀ ਸੀ ਨੈਟਵਰਕ ਮਾਰਕੀਟਿੰਗ ਇੰਡਸਟਰੀ, ਜਿਹੜੀ ਨੇ ਕਰੋਨਾ ਕਾਲ ਦੇ ਵਿੱਚ ਵੀ ਕੰਮ ਕੀਤਾ। ਨਾਟ ਈਵਨ ਅ ਸਿੰਗਲ ਡੇ ਜਿਹੜਾ ਹੈਗਾ ਇਸ ਇੰਡਸਟਰੀ ਨੇ ਕੰਮ ਨੂੰ ਬੰਦ ਨਹੀਂ ਕੀਤਾ, ਠੀਕ ਹੈ ਨਾ। ਈਵਨ ਕਿ ਇਸ ਇੰਡਸਟਰੀ ਦਾ ਜਿਹੜਾ ਹੈਗਾ ਵੀਕਲੀ ਪੇ ਆਊਟ ਹੈਗਾ। ਔਰ ਡਿਊ ਸੌਫਟ ਜਿਹੜੀ ਹੈਗੀ ਆ ਸੰਸਥਾ ਹੈਗੀ ਆ, ਇਸ ਸੰਸਥਾ ਨੇ ਡਿਊਰਿੰਗ ਕੰਪਲੀਟਲੀ ਲਾਕਡਾਊਨ ਵੀ ਵੀਕਲੀ ਪੇਮੈਂਟ ਜਿਹੜੀਆਂ ਹੈਗੀਆਂ ਉਹ ਡਿਸਟ੍ਰੀਬਿਊਟ ਕੀਤੀਆਂ ਹੈਗੀਆਂ। ਤਾਂ ਅਸੀਂ ਖੁਦ ਸੋਚ ਕੇ ਦੇਖੀਏ ਕਿ ਜਿਸ ਇੰਡਸਟਰੀ ਤੇ ਅੱਜ ਕਿਸੇ ਐਮਰਜੈਂਸੀ ਜਿਹੜੀ ਹੈਗੀ ਆਪਦਾ ਦੀ ਕੋਈ ਮਾਰ ਨਹੀਂ ਹੈਗੀ ਆ, ਜਿਸ ਇੰਡਸਟਰੀ ਤੇ ਜੇ ਆਪਾਂ ਗੱਲ ਕਰੀਏ ਠੀਕ ਹੈ ਨਾ ਇਕਨੋਮੀ ਦੀ ਕੋਈ ਮਾਰ ਨਹੀਂ ਆ, ਜਿਸ ਇੰਡਸਟਰੀ ਤੇ ਜੇ ਆਪਾਂ ਗੱਲ ਕਰੀਏ ਸ਼ੇਅਰ ਮਾਰਕੀਟ ਦੇ ਕੋਲੈਪਸ ਹੋਣ ਦੀ ਕੋਈ ਮਾਰ ਨਹੀਂ ਹੈਗੀ ਆ, ਤਾਂ ਮੈਨੂੰ ਨਹੀਂ ਲੱਗਦਾ ਕਿ ਇਦਾਂ ਦੀ ਇੰਡਸਟਰੀ ਜਿਹੜੀ ਹੈਗੀ ਆ ਕੋਈ ਹੋਰ ਹੋਣੀ ਆ ਦੋਸਤ, ਰਾਈਟ। ਲੇਕਿਨ ਹੁਣ ਸਾਨੂੰ ਇਸ ਇੰਡਸਟਰੀ ਦੇ ਬਾਰੇ ਦੋਸਤ ਅੱਜ ਬਹੁਤ ਘੱਟ ਲੋਕਾਂ ਨੂੰ ਅਵੇਅਰਨੈਸ ਹੈਗੀ ਆ। ਕਿਉਂਕਿ ਜੇ ਮੈਂ ਆਪਣਾ ਐਕਸਪੀਰੀਅੰਸ ਸਾਂਝਾ ਕਰਾਂ ਦੋਸਤ, ਅੱਜ ਤੋਂ 10 ਸਾਲ ਪਹਿਲਾਂ ਜਦੋਂ ਮੈਂ ਇਸ ਇੰਡਸਟਰੀ ਦੇ ਨਾਲ ਇੰਟਰੋਡਿਊਸ ਹੋਇਆ ਸੀ ਤਾਂ ਮੈਨੂੰ ਇਹਦੀ ABC ਵੀ ਨਹੀਂ ਆਉਂਦੀ ਸੀ ਕਿ ਇਹ ਕੰਮ ਹੁੰਦੇ ਕੀ ਆ।
ਔਰ ਅੱਜ ਮੇਰੇ ਬਹੁਤ ਸਾਰੇ ਦੋਸਤ ਪਹਿਲੀ ਵਾਰੀ ਇਸ ਜਿਹੜਾ ਹੈਗਾ ਸਿਸਟਮ ਦੇ ਨਾਲ ਇੰਟਰੋਡਿਊਸ ਹੋਏ ਹੋਣਗੇ ਤਾਂ ਉਹ ਵੀ ਸੋਚ ਰਹੇ ਹੋਣਗੇ ਵੀ ਯਾਰ ਕੀ ਇਦਾਂ ਵੀ ਹੋ ਸਕਦਾ ਕਿ ਇਸ ਤਰੀਕੇ ਨਾਲ ਵੀ ਪੈਸਾ ਕਮਾਇਆ ਜਾ ਸਕਦਾ। ਤਾਂ ਮੈਂ ਵੀ ਹੈਰਾਨ ਸੀ ਦੋਸਤ, ਕਿਉਂਕਿ ਬਿਫੋਰ ਡਿਊਸੌਫਟ I was a lab technician, ਜਿਹਨੇ ਵੀ ਆਪਣੀ ਬੋਡੀ 'ਚ ਬਲੱਡ ਯੂਰਿਨ ECG ਟੈਸਟ ਕਰਨ ਦਾ ਕੰਮ ਹੈ, ਮੇਰੀ ਖੁਦ ਦੀ ਮੈਡੀਕਲ ਲੈਬ ਸੀਗੀ ਔਰ ਮੈਂ 20 ਤੋਂ 25,000 ਮਹੀਨਾ ਕਮਾਉਂਦਾ ਸੀ ਉਸ ਸਮੇਂ, ਠੀਕ ਹੈ ਨਾ। ਔਰ ਅੱਜ ਵੀ ਤੁਸੀਂ ਦੇਖਿਆ ਜਿਹੜੇ ਲੋਕੀ 20-25,000 ਮਹੀਨਾ ਕਮਾਉਂਦੇ ਆ, ਠੀਕ ਹੈ, ਆਪਣਾ ਘਰ ਚਲਾ ਰਹੇ ਆ, ਲੇਕਿਨ ਅੱਜ ਤੋਂ ਲਗਭਗ 10 ਸਾਲ ਪਹਿਲਾਂ ਮੈਂ ਉਸ ਇਨਕਮ ਨੂੰ ਛੱਡ ਕੇ ਇਸ ਇੰਡਸਟਰੀ ਨੂੰ ਸ਼ੁਰੂ ਕੀਤਾ ਸੀ। ਤਾਂ ਉਹਦੇ ਪਿੱਛੇ ਰੀਜ਼ਨ ਇਹੀ ਸੀਗਾ ਦੋਸਤ ਕਿ ਮੈਨੂੰ ਇਸ ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਪੋਸੀਬਿਲਿਟੀਜ਼ ਨਜ਼ਰ ਆਈਆਂ ਸੀ ਕਿ ਹਾਂ ਵਾਕਈ ਹੀ ਇਸ ਇੰਡਸਟਰੀ ਦੇ ਵਿੱਚੋਂ ਪੋਸੀਬਿਲਿਟੀਜ਼ ਹੈਗੀਆਂ ਜੋ ਇੱਕ ਬੈਟਰ ਫਿਊਚਰ ਦੇ ਲਈ ਰਿਕੁਆਇਰਡ ਹੈਗੀ, ਠੀਕ ਹੈ ਨਾ। ਸੁਣ ਪਾ ਰਹੇ ਹੋ ਦੋਸਤ? ਸਰ ਯੈਸ ਜੀ। तो ਕਹਿਣ ਤੋਂ ਭਾਵ ਕੀ ਹੈਗਾ ਦੋਸਤ ਕਿ ਜਦੋਂ ਅੱਜ ਤੋਂ 10 ਸਾਲ ਪਹਿਲਾਂ ਇਸ ਇੰਡਸਟਰੀ ਦੇ ਬਾਰੇ ਸੁਣਿਆ ਸੀ ਤਾਂ ਉਦੋਂ ਮਨ ਦੇ ਵਿੱਚ ਕੁਝ ਗਲਤ ਫਹਿਮੀਆਂ ਸੀ। ਮੇਰੀ ਸੋਚ ਇਹ ਸੀ ਵੀ ਸ਼ਾਇਦ ਇਹ ਟੈਂਪਰੇਰੀ ਬੇਸ ਕੰਮ ਹੁੰਦੇ, ਇਹਨਾਂ 'ਚ ਕੋਈ ਫਿਊਚਰ ਨਹੀਂ ਹੁੰਦਾ ਔਰ ਉਸ ਸਮੇਂ ਦੇ ਉੱਪਰ ਕੋਈ ਕਾਨੂੰਨ ਨਹੀਂ ਸੀ ਬਣਿਆ, ਤਾਂ ਕਰਕੇ ਮੈਂ ਸ਼ੋਰ ਵੀ ਨਹੀਂ ਸੀਗਾ ਕਿ ਇਦਾਂ ਦਾ ਕੁਝ ਹੋ ਸਕਦਾ ਹੈਗਾ, ਠੀਕ ਹੈ ਨਾ। ਲੇਕਿਨ ਹੁੰਦਾ ਉਹੀ ਹੈ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਦੋਸਤ। ਮੇਰੀ ਜ਼ਿੰਦਗੀ ਦੇ ਵਿੱਚ ਇਹ ਲਾਈਨ ਆਈ ਤਾਂ ਉਹਨਾਂ ਨੇ ਮੈਨੂੰ ਇੱਕ ਵੀ ਚੀਜ਼ ਸਮਝਾਈ, ਕਹਿੰਦੇ ਦਲਜੀਤ ਸਿੰਘ ਪਰਪਸ ਕਿਸੇ ਲਾਈਨ ਨੂੰ ਰਿਪਰੈਜ਼ੈਂਟ ਕਰਨਾ ਨਹੀਂ, ਪਰਪਸ ਤੇ ਲਾਈਫ ਸੈੱਟ ਕਰਨਾ। ਕਹਿੰਦੇ ਕੀ ਲੱਗਦਾ ਕਿ ਮੈਡੀਕਲ ਲਾਈਨ ਨੂੰ ਕਰਕੇ 5 ਸਾਲ 10 ਸਾਲ ਜਾਂ 15 ਸਾਲ ਦੇ ਅੰਦਰ ਤੂੰ ਆਪਣੀ ਲਾਈਫ ਸੈੱਟ ਕਰ ਲੇਗਾ? ਮੈਂ ਕਿਹਾ ਸਰ ਉਹ ਟਾਈਮ ਕਦੇ ਨਹੀਂ ਆਉਣਾ, ਠੀਕ ਹੈ। ਇੱਕ ਐਵਰੇਜ ਜ਼ਿੰਦਗੀ ਹੋਏਗੀ, ਕੋਈ ਸਿਕਿਉਰਿਟੀ ਨਹੀਂ ਹੋਏਗੀ, ਠੀਕ ਹੈ ਨਾ। ਟਾਈਮ ਕਦੇ ਨਹੀਂ ਹੋਏਗਾ, ਠੀਕ ਹੈ ਨਾ। ਫਰੀडम ਕਦੇ ਨਹੀਂ ਹੋਏਗੀ। ਇਹੀ ਚੀਜ਼ ਤੁਹਾਡੇ ਲਈ ਹੈਗਾ ਦੋਸਤ ਕਿ ਅੱਜ ਜਦੋਂ ਅਸੀਂ ਕਿਸੇ ਵੀ ਪ੍ਰੋਫੈਸ਼ਨ ਦੀ ਸ਼ੁਰੂਆਤ ਕਰਦੇ ਹੈਗੇ ਆ, ਅਸੀਂ 20 ਤੋਂ ਲੈ ਕੇ 25 ਸਾਲ ਦਾ ਇੱਕ ਐਵਰੇਜ ਪੀਰੀਅਡ ਹੈਗਾ ਜਦੋਂ ਆਪਣੇ ਕੈਰੀਅਰ ਦੀ ਕਿਸੇ ਵੀ ਪ੍ਰੋਫੈਸ਼ਨ ਦੇ ਨਾਲ ਸ਼ੁਰੂਆਤ ਕਰ ਲੈਂਦੇ ਆ ਔਰ ਅਸੀਂ ਇੱਕ ਮਾਈਂਡ ਸੈਟ ਲੈ ਕੇ ਚੱਲਦੇ ਹੈਗੇ ਆ ਕਿ ਮੈਂ 58 ਸਾਲ ਦੀ ਉਮਰ ਤੱਕ ਜਾਂ 60 ਸਾਲ ਦੀ ਉਮਰ ਤੱਕ ਉਸ ਪ੍ਰੋਫੈਸ਼ਨ 'ਚ ਕੰਮ ਕਰਨਾ। ਯੈਸ ਸਰ, ਯੈਸ ਸਰ। ਪਰ ਕੀ ਅਸੀਂ ਜਵਾਨੀ ਦੇ ਵਿੱਚ ਰਿਟਾਇਰ ਨਹੀਂ ਹੋ ਸਕਦੇ ਦੋਸਤ? ਹੋ ਸਕਦੇ ਹੋ ਸਰ। ਕੀ ਅਸੀਂ ਇਸ ਸਿਨੈਰੀਓ ਨੂੰ ਚੇਂਜ ਨਹੀਂ ਕਰ ਸਕਦੇ ਦੋਸਤ? ਕਿ ਸਾਰੀ ਜ਼ਿੰਦਗੀ ਕੰਮ ਕਰਨਾ ਹੀ ਜ਼ਰੂਰੀ ਆ ਦੋਸਤ? ਨੋ ਸਰ। ਜੇ ਸਾਨੂੰ 40 ਸਾਲ ਦੀ ਮਿਹਨਤ ਦਾ ਪੈਸਾ 10 ਸਾਲ ਦੇ ਵਿੱਚ ਹੀ ਆ ਜੇ, ਜੋ ਅਸੀਂ 40 ਸਾਲ ਦੇ ਵਿੱਚ ਮਿਹਨਤ ਕਰਕੇ ਗੇਨ ਕਰਨਾ ਸੀ ਅਸੀਂ 10 ਸਾਲ ਦੇ ਵਿੱਚ ਹੀ ਕਰ ਲਈਏ, ਤਾਂ ਕੀ ਇਹ ਸਹੀ ਨਹੀਂ ਰਹੂਗਾ ਦੋਸਤ ਕਿ ਅਸੀਂ 10 ਸਾਲ ਦੀ ਮਿਹਨਤ ਨੂੰ ਪ੍ਰੈਫਰੈਂਸ ਦੇਈਏ? ਯੈਸ ਸਰ। ਯੈਸ। ਸੋ ਇਹ ਚੀਜ਼ਾਂ ਅੱਜ ਆਪਾਂ ਨੂੰ ਸਮਝਣ ਦੀ ਜ਼ਰੂਰਤ ਹੈ ਦੋਸਤ। ਰਾਈਟ। ਮੈਂ ਵੀ ਇਸੇ ਚੀਜ਼ ਨੂੰ ਚੂਜ਼ ਕੀਤਾ ਸੀ ਜਦੋਂ ਮੈਨੂੰ ਇਸ ਪ੍ਰੋਫੈਸ਼ਨ ਦੇ ਬਾਰੇ ਸਮਝਾਇਆ ਤਾਂ ਮੈਨੂੰ ਇਸ ਇੰਡਸਟਰੀ ਦਾ ਜਿਹੜਾ ਕਨਸੈਪਟ ਹੈਗਾ ਉਹ ਬਹੁਤ ਅੱਛਾ ਲੱਗਿਆ ਸੀ ਦੋਸਤ, ਠੀਕ ਹੈ ਨਾ। ਅੱਜ ਵੀ ਮੈਨੂੰ ਉਸ ਕਨਸੈਪਟ ਬਾਰੇ ਡਿਸਕਸ ਕੀਤਾ ਗਿਆ ਔਰ ਜਦੋਂ ਮੈਨੂੰ ਇਸ ਕਨਸੈਪਟ ਦੇ ਬਾਰੇ ਦੱਸਿਆ ਗਿਆ ਸੀ ਤਾਂ ਮੈਂ ਫੈਨ ਹੋ ਗਿਆ ਸੀ ਇਸ ਕਨਸੈਪਟ ਦਾ, ਕਿਉਂਕਿ ਅੱਜ ਤੁਹਾਨੂੰ ਵੀ ਪਤਾ ਕਿ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਸਾਨੂੰ ਜਿਹੜਾ ਹੈਗਾ ਕੰਪਿਊਟਰ ਚਲਾਉਣਾ ਸਿੱਖਣਾ ਜ਼ਰੂਰੀ ਹੈ। ਅੱਜ ਦੇ ਟਾਈਮ ਦੇ ਵਿੱਚ ਸਾਨੂੰ ਆਪਣੀ ਲਾਈਨ ਦੇ ਨਾਲ ਜਸਟਿਸ ਕਰਨ ਦੇ ਲਈ ਇੰਗਲਿਸ਼ ਬੋਲਣੀ ਆਉਣੀ ਜ਼ਰੂਰੀ ਆ। ਹਰ ਇੱਕ ਲਾਈਨ ਦੇ ਵਿੱਚ ਸਾਨੂੰ ਗਰੋ ਕਰਨ ਦੇ ਲਈ ਜਿਹੜਾ ਹੈਗਾ ਸਾਡੀ ਕਮਿਊਨੀਕੇਸ਼ਨ ਜਿਹੜੀ ਹੈਗੀ ਉਹ ਇਫੈਕਟਿਵ ਹੋਣੀ ਜ਼ਰੂਰੀ ਆ, ਸਾਡੀ ਪਰਸਨੈਲਿਟੀ ਸ਼ਾਰਪ ਹੋਣੀ ਜ਼ਰੂਰੀ ਆ, ਠੀਕ ਹੈ ਨਾ। ਚਾਰ ਲੋਕਾਂ 'ਚ ਬਹਿ ਕੇ ਸਾਨੂੰ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨਾ ਆਉਣਾ ਜ਼ਰੂਰੀ ਆ। ਤਾਂ ਇਹੀ ਚੀਜ਼ਾਂ ਮੈਂ ਜਦੋਂ ਸੁਣੀਆਂ ਸੀ ਅੱਜ ਤੋਂ 10 ਸਾਲ ਪਹਿਲਾਂ ਤਾਂ ਮੈਂ ਇਹੀ ਸੋਚ ਕੇ ਇਸ ਇੰਡਸਟਰੀ ਦੀ ਸ਼ੁਰੂਆਤ ਕੀਤੀ ਸੀ ਕਿ ਜੇ 10,000 ਰੁਪਏ ਲਗਾ ਕੇ, ਠੀਕ ਹੈ ਨਾ, ਮੈਨੂੰ ਔਰ ਮੇਰੇ ਬੱਚਿਆਂ ਨੂੰ ਇਹ ਸਾਰੀਆਂ ਚੀਜ਼ਾਂ ਮਿਲ ਜਾਣ ਤਾਂ ਮੇਰਾ ਪੈਸਾ ਵਸੂਲ ਹੈ, ਠੀਕ ਹੈ ਨਾ। ਕਿਉਂਕਿ ਮੈਨੂੰ ਇਹ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆਪਣੇ ਬੱਚੇ ਨੂੰ ਕੰਪਿਊਟਰ ਚਲਾਉਣਾ ਤਾਂ ਸਿਖਾਊਂਗਾ, ਇੰਗਲਿਸ਼ ਬੋਲਣੀ ਤੇ ਸਿਖਾਊਂਗਾ, ਚਾਰ ਲੋਕਾਂ ਨਾਲ ਗੱਲ ਕਰਨੀ ਸਿਖਾਊਂਗਾ। ਜੇ ਇਸ ਇੰਡਸਟਰੀ ਦੇ ਵਿੱਚੋਂ ਸਾਰੀਆਂ ਚੀਜ਼ਾਂ ਮਿਲਦੀਆਂ ਤਾਂ ਮੇਰਾ ਪੈਸਾ ਵਸੂਲ ਆ ਔਰ ਅੱਜ ਇਹ ਚੀਜ਼ ਤੁਹਾਨੂੰ ਵੀ ਸਮਝ ਆ ਗਈ ਹੋਣੀ ਹੈ। ਯੈਸ ਸਰ। ਕਿਉਂਕਿ ਆਪਾਂ ਕਿਸੇ ਦਾ ਪੈਸਾ ਦੁੱਗਣਾ ਨਹੀਂ ਕਰ ਰਹੇ ਦੋਸਤ, ਆਪਾਂ ਕਿਸੇ ਦਾ ਬੀਮਾ ਨਹੀਂ ਕਰ ਰਹੇ, ਆਪਾਂ ਕੋਈ ਸਾਬਣ ਤੇਲ ਸੋਡਾ ਨਹੀਂ ਵੇਚ ਰਹੇ। ਅਸੀਂ ਕੀ ਲੈ ਕੇ ਚੱਲੇ ਆ? ਅਸੀਂ ਐਜੂਕੇਸ਼ਨ ਲੈ ਕੇ ਚੱਲੇ ਆ ਜਿਹੜੀ ਲਾਕਡਾਊਨ ਦੇ ਵਿੱਚ ਵੀ ਬੰਦ ਨਹੀਂ ਹੋਈ। ਈਵਨ ਕਿ ਇਸ ਇੰਡਸਟਰੀ ਦੀ ਜਿਹੜੀ ਐਜੂਕੇਸ਼ਨ ਦੀ ਵੈਲਿਊ ਹੈਗੀ ਆ ਉਹ ਇਸ ਲਾਕਡਾਊਨ ਤੋਂ ਬਾਅਦ, ਠੀਕ ਹੈ ਨਾ, ਮੈਂ ਕਹਿੰਦਾ ਕਿ 10 ਟਾਈਮਸ ਬੈਟਰ ਹੋ ਗਈ ਆ। ਕਿਉਂਕਿ ਇਸ ਲਾਕਡਾਊਨ ਤੋਂ ਪਹਿਲਾਂ ਸਿਰਫ ਡਿਊ ਸੌਫਟ ਇੱਕ ਏਦਾਂ ਦੀ ਆਰਗੇਨਾਈਜੇਸ਼ਨ ਸੀ ਜਿਹੜੀ ਪਿਛਲੇ 20 ਸਾਲ ਤੋਂ ਲੋਕਾਂ ਨੂੰ ਦੱਸ ਰਹੀ ਸੀ ਕਿ ਆਨਲਾਈਨ ਐਜੂਕੇਸ਼ਨ ਇੰਪੋਰਟੈਂਟ ਹੈਗੀ ਆ, ਇਹ ਵੀ ਇੱਕ ਸੋਰਸ ਹੈਗਾ, ਇੱਕ ਤਰੀਕਾ ਹੈਗਾ ਐਜੂਕੇਸ਼ਨ ਲੈਣ ਦਾ। ਲੇਕਿਨ ਲੋਕੀ ਕਹਿੰਦੇ ਸੀ ਕਿ ਨਹੀਂ ਯਾਰ, ਬੱਚੇ ਦੇ ਸਕੂਲ ਕਾਲਜ ਜਾ ਕੇ ਨਹੀਂ ਪੜ੍ਹਦੇ, ਏਦਾਂ ਕਿੱਦਾਂ ਪੜ੍ਹ ਸਕਦੇ ਆ। ਲੇਕਿਨ ਅੱਜ ਉਹੀ ਸਕੂਲ, ਉਹੀ ਕਾਲਜ, ਠੀਕ ਹੈ ਨਾ, ਅੱਜ ਉਹੀ ਕੋਚਿੰਗ ਇੰਸਟੀਚਿਊਟ, ਅੱਜ ਸਾਰੇ ਜਿਹੜੇ ਹੈਗੇ ਆ ਆਨਲਾਈਨ ਐਜੂਕੇਸ਼ਨ ਪ੍ਰੋਵਾਈਡ ਕਰ ਰਹੇ ਹੈਗੇ ਆ। ਰਾਈਟ ਸਰ। ਤਾਂ ਇਹੀ ਚੀਜ਼ਾਂ ਅੱਜ ਆਪਾਂ ਨੂੰ ਸਮਝਣ ਦੀ ਜ਼ਰੂਰਤ ਹੈਗੀ ਆ
ਕਿ ਅੱਜ ਸਾਰਾ ਇੰਡੀਆ ਜਿਹੜਾ ਹੈਗਾ ਉਹ ਡਿਜੀਟਲ ਇੰਡੀਆ ਦੇ ਵਿੱਚ ਕਨਵਰਟ ਹੋ ਰਿਹਾ ਹੈਗਾ। ਸੋ ਸਾਨੂੰ ਵੀ ਸਾਡੀ ਸੋਚ ਨੂੰ, ਸਾਡੇ ਇਨਕਮ ਸੋਰਸ ਨੂੰ ਬਦਲਣ ਦੀ ਜ਼ਰੂਰਤ ਹੈਗੀ ਆ, ਕਿਉਂਕਿ ਜਿਹੜੇ ਲੋਕੀ ਜ਼ਮਾਨੇ ਦੇ ਨਾਲ ਚੱਲਦੇ ਹੈਗੇ ਆ ਦੋਸਤ, ਉਹ ਕਦੇ ਪਿੱਛੇ ਨਹੀਂ ਰਹਿੰਦੇ। ਔਰ ਇਹ ਇੰਡਸਟਰੀ ਜ਼ਮਾਨੇ ਤੋਂ ਇੱਕ ਕਦਮ ਅੱਗੇ ਚੱਲਣ ਦਾ ਬਿਜ਼ਨਸ ਹੈਗਾ ਦੋਸਤ। ਯੈਸ, ਸੋ ਇਸੇ ਚੀਜ਼ ਨੂੰ ਮੈਂ ਅੱਜ ਤੋਂ 10 ਸਾਲ ਪਹਿਲਾਂ ਆਹ ਚੀਜ਼ ਸੋਚ ਕੇ ਚੱਲਿਆ ਸੀਗਾ ਕਿ ਅੱਜ ਤੋਂ ਜੇ ਗੱਲ ਕਰੀਏ ਦੋਸਤ, ਆਉਣ ਵਾਲੇ ਸਾਲਾਂ ਦੇ ਵਿੱਚ ਸਾਨੂੰ ਇਸ ਐਜੂਕੇਸ਼ਨ ਦੀ ਜ਼ਰੂਰਤ ਪੈਣੀ ਆ। ਔਰ ਜੋ ਇਨਕਮ ਇਸ ਲਾਈਨ ਦੇ ਵਿੱਚ ਦੱਸੀ ਗਈ ਸੀ ਕਿ ਤੁਹਾਨੂੰ 6 ਫਿਗਰ ਇਨਕਮ ਦੀ ਜ਼ਰੂਰਤ ਪੈਣੀ ਆ, ਉਹਦੀ ਜ਼ਰੂਰਤ ਹੋਏਗੀ ਦੋਸਤ। ਉਸੇ ਵਿਜ਼ਨ ਦੇ ਨਾਲ ਇਸ ਇੰਡਸਟਰੀ ਦੇ ਵਿੱਚ ਆਏ ਸੀਗੇ। ਲੇਕਿਨ ਜਦੋਂ ਸ਼ੁਰੂ ਕੀਤਾ ਸੀ ਕੁਝ ਚੈਲੰਜਸ ਸੀਗੇ ਦੋਸਤ। ਮੇਰੇ ਲਈ ਸਭ ਤੋਂ ਵੱਡਾ ਚੈਲੰਜ ਕੀ ਸੀ ਕਿ ਮੇਰੇ ਕੋਲ ਟਾਈਮ ਨਹੀਂ ਸੀਗਾ ਦੋਸਤ। ਮੇਰੀ ਮੈਡੀਕਲ ਲਾਈਨ ਬਹੁਤ ਹੈਕਟਿਕ ਸੀਗੀ। ਮੇਰੇ ਕੋਲ ਈਵਨ ਕਿ ਉਸ ਸਮੇਂ ਫੈਮਿਲੀ ਨੂੰ ਦੇਣ ਦੇ ਲਈ, ਆਪਣੇ ਫਰੈਂਡ ਸਰਕਲ ਨੂੰ ਦੇਣ ਦੇ ਲਈ, ਈਵਨ ਕਿ ਜੇ ਮੈਂ ਕਹਾਂ ਪਰਸਨਲ ਲਾਈਫ ਨੂੰ ਇੰਜੋਏ ਕਰਨ ਦੇ ਲਈ ਵੀ ਟਾਈਮ ਨਹੀਂ ਸੀਗਾ। ਇਹ ਮੇਰੇ ਲਈ ਸਭ ਤੋਂ ਵੱਡਾ ਚੈਲੰਜ ਸੀ ਉਸ ਟਾਈਮ ਦੇ ਵਿੱਚ। ਸੈਕੰਡਲੀ, ਮੈਨੂੰ ਇਸ ਇੰਡਸਟਰੀ ਦੇ ਬਾਰੇ ਕੋਈ ਨੌਲੇਜ ਨਹੀਂ ਸੀਗੀ। ਥਰਡਲੀ, ਮੇਰੇ ਸਾਹਮਣੇ ਕੋਈ ਐਗਜ਼ਾਮਪਲ ਨਹੀਂ ਸੀ ਕਿ ਮੇਰੇ ਏਰੀਆ ਦਾ ਕੋਈ 10-20-50 ਕਿਲੋਮੀਟਰ ਦਾ ਪਰਸਨ ਇਸ ਇੰਡਸਟਰੀ ਚੋਂ ਕਾਮਯਾਬ ਹੋਇਆ ਹੋਵੇ। ਤਾਂ ਕਰਕੇ ਮੈਨੂੰ ਫੈਮਿਲੀ ਨੂੰ ਸਮਝਾਉਣਾ ਬਹੁਤ ਔਖਾ ਸੀ, ਕਿਉਂਕਿ ਮੇਰੇ ਪਾਪਾ ਇੱਕ ਗਵਰਨਮੈਂਟ EMPLOYE ਸੀਗੇ, ਠੀਕ ਹੈ। ਮਾਈ ਫਾਦਰ ਵਾਜ਼ ਅੱਜ ਇੱਕ ਕੀ ਹੈਗੇ ਆ, ਐਕਸ ਸਰਵਿਸਮੈਨ ਹੈਗੇ ਆ। ਮੇਰੇ ਪਾਪਾ ਨੇ 37 ਸਾਲ ਗਵਰਨਮੈਂਟ ਸੈਕਟਰ ਦੇ ਵਿੱਚ ਸਰਵਿਸ ਕੀਤੀ ਆ। ਮੇਰੇ ਪਾਪਾ ਜਈ ਰਿਟਾਇਰ ਹੋਇਆ PWD ਦੇ ਵਿੱਚੋਂ। ਔਰ ਮੈਨੂੰ ਪਾਪਾ ਨੇ ਇੱਕ ਵੀ ਚੀਜ਼ ਕਹੀ ਸੀ, ਕਹਿੰਦਾ ਬੇਟਾ ਮੈਨੂੰ 25 ਤੋਂ 30 ਸਾਲ ਹੋ ਗਏ ਗਵਰਨਮੈਂਟ ਸਰਵਿਸ ਕਰਦਿਆਂ, ਕਹਿੰਦਾ ਜੇ ਇਦਾਂ ਦੇ ਕੰਮ ਚੱਲਦੇ ਹੁੰਦੇ ਤਾਂ ਮੈਂ ਵੀ ਕਰੋੜਪਤੀ ਹੁੰਦਾ। ਮੈਂ ਨਹੀਂ ਸੁਣਿਆ ਕਹਿੰਦਾ ਵੀ ਇਦਾਂ ਦੇ ਕੰਮਾਂ ਦੇ ਵਿੱਚ ਕਾਮਯਾਬੀ ਹੁੰਦੀ ਹੈ। ਸੋ ਉਹ ਬਹੁਤ ਸਾਰੇ ਚੈਲੰਜਸ ਮੈਨੂੰ ਫੇਸ ਕਰਨੇ ਪਏ ਆ ਉਹਨਾਂ ਨੂੰ ਸਮਝਾਉਣ ਦੇ ਲਈ, ਔਰ ਮੈਂ ਨਹੀਂ ਸਮਝਾ ਪਾਇਆ ਉਹਨਾਂ ਨੂੰ, ਠੀਕ ਹੈ ਨਾ। ਲੇਕਿਨ ਮੇਰੀ ਸੋਚ ਸੀ ਵੀ ਕੋਈ ਦਿੱਕਤ ਨਹੀਂ ਆ, ਮੈਂ ਆਪਣੇ ਪੈਸ਼ਨ ਲਈ ਕਰਨਾ, ਮੈਂ ਆਪਣੇ ਕੈਰੀਅਰ ਲਈ, ਮੈਂ ਆਪਣੇ ਸੁਪਨਿਆਂ ਲਈ ਕਰਨਾ, ਮੈਂ ਕਿਸੇ ਲਈ ਨਹੀਂ ਕਰਨਾ ਹੈਗਾ, ਠੀਕ ਹੈ ਨਾ। ਔਰ ਮੈਂ 5 ਸਾਲ ਦੀ ਸੋਚ ਲੈ ਕੇ ਇਸ ਇੰਡਸਟਰੀ ਦੀ ਸ਼ੁਰੂਆਤ ਕੀਤੀ ਸੀ ਕਿ ਜੇ 5 ਸਾਲ ਮੈਨੂੰ ਇਸ ਲਾਈਨ 'ਚ ਮਿਹਨਤ ਕਰਨ ਤੋਂ ਬਾਅਦ ਵੀ 1 ਲੱਖ ਰੁਪਏ ਮਹੀਨੇ ਦਾ ਆ ਜੇ ਤਾਂ ਮੇਰੇ ਲਈ ਬਹੁਤ ਹੈ, ਮੈਨੂੰ ਜ਼ਿਆਦਾ ਨਹੀਂ ਚਾਹੀਦਾ। ਲੇਕਿਨ ਇਸ ਲਾਈਨ ਨੂੰ ਕਰਨ ਦੇ ਜੇ ਮੈਂ ਗੱਲ ਕਰਾਂ ਲਗਭਗ, ਠੀਕ ਹੈ ਨਾ, 2.5 ਸਾਲ ਦੇ ਅੰਦਰ ਮੈਂ ਇਸ ਸਿਸਟਮ ਦੇ ਵਿੱਚੋਂ ਉਹ ਇਨਕਮ ਟੱਚ ਕਰ ਗਿਆ ਸੀ ਜਿਹੜੀ ਮੈਂ 5 ਸਾਲ ਦੀ ਸੋਚ ਲੈ ਕੇ ਆਇਆ ਸੀ। ਯਾਨੀ ਕਿ ਇਸ ਕੰਮ ਨੂੰ ਕਰਨ ਦੇ 2.5 ਸਾਲ ਦੇ ਅੰਦਰ ਮੈਂ ਇਸ ਕੰਮ 'ਚੋਂ 1 ਲੱਖ ਰੁਪਏ ਮਹੀਨਾ ਟੱਚ ਕਰ ਗਿਆ ਸੀ। ਵੰਡਰਫੁਲ ਸਰ। ਲੇਕਿਨ ਜਦੋਂ ਸ਼ੁਰੂਆਤ ਕੀਤੀ ਸੀ ਤਾਂ ਉਦੋਂ ਬਹੁਤ ਸਾਰੇ ਚੈਲੰਜਸ ਆਏ ਆ ਦੋਸਤ। ਉਹ ਕਿਉਂ ਆਏ ਹੈਗੇ ਆ? ਕਿਉਂਕਿ ਸਿਆਣੇ ਕਹਿੰਦੇ ਆ ਵੀ ਦੁਨੀਆ ਦੇ ਵਿੱਚ ਕੁਝ ਵੀ ਮੁਫਤ ਦੇ ਵਿੱਚ ਨਹੀਂ ਮਿਲਦਾ, ਸਾਨੂੰ ਉਹਦੀ ਕੀਮਤ ਚੁਕਾਉਣੀ ਪੈਂਦੀ ਹੈ। ਰਾਈਟ ਸਰ? ਸੋ ਇਸੇ ਚੀਜ਼ ਨੂੰ ਤੁਹਾਨੂੰ ਸਮਝਣ ਦੀ ਜ਼ਰੂਰਤ ਹੈ ਦੋਸਤ, ਕਿਉਂਕਿ ਮੈਂ ਜਦੋਂ ਇਸ ਇੰਡਸਟਰੀ ਨੂੰ ਸ਼ੁਰੂ ਕੀਤਾ ਸੀ ਤਾਂ ਮੈਨੂੰ ਮੇਰੀ ਫੈਮਿਲੀ ਇੱਕ ਬਹੁਤ ਵੱਡਾ ਚੈਲੰਜ ਜਿਹੜਾ ਹੈਗਾ ਦੇ ਰਹੀ ਸੀ। ਉਹਨਾਂ ਨੇ ਮੈਨੂੰ ਇਹ ਚੀਜ਼ਾਂ ਸਮਝਾਈਆਂ ਸੀ ਕਿ ਬੇਟਾ ਅਸੀਂ ਤੇਰੇ ਖਿਲਾਫ ਨਹੀਂ ਹੈਗੇ ਆ, ਅਸੀਂ ਤੇਰੇ ਕੋਈ ਵਿਰੋਧੀ ਨਹੀਂ ਹੈਗੇ ਆ, ਲੇਕਿਨ ਇਹਨਾਂ ਕੰਮਾਂ ਦੇ ਵਿੱਚ ਕੋਈ ਫਿਊਚਰ ਨਹੀਂ ਹੈਗਾ, ਠੀਕ ਹੈ ਨਾ। ਇਹਨਾਂ ਲਾਈਨਾਂ ਦੇ ਵਿੱਚ ਕੈਰੀਅਰ ਨਹੀਂ ਹੈਗਾ, ਤੁਸੀਂ ਗਲਤ ਕੰਮਾਂ 'ਚ ਪੈ ਰਹੇ ਹੋ, ਇਦਾਂ ਦੇ ਕੰਮਾਂ 'ਚ ਤੁਹਾਡਾ ਕੁਝ ਨਹੀਂ ਹੋਣਾ, ਤੁਸੀਂ ਆਪਣਾ ਸਮਾਂ ਬਰਬਾਦ ਕਰੋ। ਲੇਕਿਨ ਮੈਂ ਸ਼ੁਕਰ ਕਰਦਾ ਪਰਮਾਤਮਾ ਦਾ, ਜਿਨ੍ਹਾਂ ਨੇ ਮੈਨੂੰ ਇੱਕ ਸਹੀ ਸਿਸਟਮ ਦਿੱਤਾ, ਮੈਨੂੰ ਸਹੀ ਸੀਨੀਅਰਸ ਦਿੱਤੇ, ਮੇਰਾ ਸਾਥ ਦਿੱਤਾ ਹੈਗਾ, ਠੀਕ ਹੈ ਨਾ। ਔਰ ਇਸ ਇੰਡਸਟਰੀ ਦੇ ਵਿੱਚ ਮੈਨੂੰ ਇੱਥੇ ਤੱਕ ਪਹੁੰਚਾਉਣ ਦੇ ਲਈ ਸਪੋਰਟ ਕੀਤਾ ਹੈਗਾ। ਔਰ ਸੇਮ ਸਿਸਟਮ ਅੱਜ ਦੋਸਤੋ ਤੁਹਾਡੇ ਲਈ ਹੈਗਾ, ਠੀਕ ਹੈ ਨਾ। ਉਹੀ ਸਾਰੀਆਂ ਚੀਜ਼ਾਂ ਅੱਜ ਤੁਹਾਨੂੰ ਪਰਮਾਤਮਾ ਨੇ ਦਿੱਤੀਆਂ, ਉਹੀ ਟਰੈਕ ਅੱਜ ਤੁਹਾਡੇ ਲਈ ਹੈਗਾ, ਠੀਕ ਹੈ ਨਾ। ਸੋ ਇਹ ਚੀਜ਼ ਤੁਹਾਨੂੰ ਵੀ ਅੱਜ ਸਮਝਣ ਦੀ ਜ਼ਰੂਰਤ ਹੈ ਕਿ ਜੇ ਤੁਹਾਡੇ ਸਾਹਮਣੇ ਅੱਜ ਇੱਕ ਇਨਸਾਨ ਇਸ ਪ੍ਰੋਫੈਸ਼ਨ ਦੇ ਵਿੱਚੋਂ ਕਾਮਯਾਬ ਹੋ ਸਕਦਾ ਤਾਂ ਤੁਸੀਂ ਵੀ ਹੋ ਸਕਦੇ ਹੋ, ਠੀਕ ਹੈ ਨਾ। ਔਰ ਅੱਜ ਇਸ ਇੰਡਸਟਰੀ ਦੇ ਵਿੱਚੋਂ ਜੇ ਮੈਂ ਗੱਲ ਕਰਾਂ ਦੋਸਤ, ਮੈਂ ਕੀ ਹਾਸਲ ਕੀਤਾ ਹੈਗਾ ਇਸ ਇੰਡਸਟਰੀ ਦੇ ਵਿੱਚੋਂ, ਜੇ ਮੈਂ ਗੱਲ ਕਰਾਂ, ਮੇਰਾ ਡ੍ਰੀਮ ਸੀ ਦੋਸਤ ਕਿ ਮੇਰੇ ਕੋਲ ਦੋਸਤ ਇੱਕ ਵਧੀਆ ਗੱਡੀ ਹੋਵੇ। ਤਾਂ ਇਸ ਕੰਮ ਨੂੰ ਕਰਨ ਦੇ ਲਗਭਗ 2.25 ਸਾਲ ਦੇ ਅੰਦਰ ਮੈਂ 6.5 ਲੱਖ ਰੁਪਏ ਦੀ ਸਵਿਫਟ ਗੱਡੀ ਲੈ ਕੇ ਆਇਆ ਸੀ 2011 ਦੇ ਵਿੱਚ। ਔਰ ਤੁਸੀਂ ਦੇਖਿਆ ਹੋਣਾ ਕਿ 2011 ਦੇ ਵਿੱਚ ਸਵਿਫਟ ਦਾ ਬਹੁਤ ਕ੍ਰੇਜ਼ ਸੀਗਾ। ਮੇਰਾ ਡ੍ਰੀਮ ਸੀ ਕਿ ਵਧੀਆ ਕਾਰ ਹੋਣਾ ਚਾਹੀਦਾ। ਅੱਜ ਮੈਂ ਜਿਹੜੇ ਘਰ ਦੇ ਵਿੱਚ ਰਹਿਣਾ ਉਹਦੀ ਮਾਰਕੀਟ ਵੈਲਿਊ ਅਪਰੋਕਸੀਮੇਟ 60 ਲੱਖ ਰੁਪਏ ਹੈਗੀ ਆ ਦੋਸਤ। ਮੇਰਾ ਡ੍ਰੀਮ ਸੀ ਆਊਟ ਆਫ ਇੰਡੀਆ ਘੁੰਮਣ ਦਾ। ਅੱਜ ਮੈਂ ਹੀ ਨਹੀਂ, ਮੇਰੀ ਟੀਮ ਦੇ 15 ਤੋਂ 20 ਮੁੰਡੇ ਇਦਾਂ ਦੇ ਹੈਗੇ ਜਿਹੜੇ ਫੋਰਨ ਦਾ ਟੂਰ ਲਾ ਚੁੱਕੇ ਹੈਗੇ ਆ, ਠੀਕ ਹੈ ਨਾ। ਔਰ ਮੇਰਾ ਡ੍ਰੀਮ ਸੀ ਦੋਸਤ ਕਿ ਮੇਰੇ ਕੋਲੇ ਟਾਈਮ ਹੋਵੇ, ਮੈਂ ਇੰਜੋਏ ਕਰਾਂ ਲਾਈਫ ਨੂੰ। ਅੱਜ ਮਾਲਕ ਦੀ ਮਿਹਰ ਦੇ ਨਾਲ ਪੂਰੇ ਪੰਜਾਬ ਨਹੀਂ, ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਮੇਰਾ 25,000 ਤੋਂ ਲੈ ਕੇ 26,000 ਲੋਕਾਂ ਦਾ ਨੈਟਵਰਕ ਆ ਦੋਸਤ। ਜੇ ਇੱਕ ਇਨਸਾਨ ਇੱਕ ਦਿਨ 'ਚ 1 ਘੰਟਾ ਵੀ ਕੱਢੇ ਤਾਂ ਵੀ ਮੇਰਾ ਅੱਜ ਹਜ਼ਾਰਾਂ ਘੰਟੇ ਕੰਮ ਹੋ ਰਿਹਾ। ਅੱਜ ਟਾਈਮ ਹੈਗਾ ਦੋਸਤ, ਅੱਜ ਪੈਸਾ ਹੈਗਾ, ਰਿਸਪੈਕਟ ਹੈਗੀ ਆ, ਠੀਕ ਹੈ ਨਾ। ਉਹ ਸਭ ਚੀਜ਼ਾਂ ਜੋ ਇੱਕ ਇਨਸਾਨ ਲਾਈਫ ਦੇ ਵਿੱਚ ਸੋਚਦਾ, ਉਹ ਚੀਜ਼ਾਂ ਅੱਜ ਗੇਨ ਕਰਦੇ ਹੋਏ ਅੱਗੇ ਵਧਦੇ ਜਾ ਰਹੇ ਹਨ ਦੋਸਤ। ਔਰ ਉਹੀ ਮੌਕਾ ਪਰਮਾਤਮਾ ਨੇ ਤੁਹਾਨੂੰ ਦਿੱਤਾ। ਲੇਕਿਨ ਹੁੰਦਾ ਕੀ ਆ ਵੀ ਜਦੋਂ ਅਸੀਂ ਇਸ ਇੰਡਸਟਰੀ ਬਾਰੇ ਸੁਣਦੇ ਹੈਗੇ ਆ, ਅਸੀਂ ਮੋਟੀਵੇਟ ਜ਼ਰੂਰ ਹੁੰਦੇ ਆ, ਅਸੀਂ ਇੰਸਪਾਇਰ ਜ਼ਰੂਰ ਹੁੰਦੇ ਹੈਗੇ ਆ, ਲੇਕਿਨ ਅਸੀਂ ਆਪਣੀ ਅਗਰ ਮਗਰ ਕਿੰਤੂ ਪਰੰਤੂ ਨੂੰ ਪਿੱਛੇ ਨਹੀਂ ਛੱਡਦੇ ਹੈਗੇ ਦੋਸਤ। ਮੈਂ ਬਹੁਤ ਸਾਰੇ ਦੋਸਤਾਂ ਨੂੰ ਇਸ ਇੰਡਸਟਰੀ ਨੂੰ ਲੈ ਕੇ ਮਿਲਿਆ, ਉਹ ਇਸ ਪ੍ਰੋਫੈਸ਼ਨ ਨੂੰ ਜੁਆਇਨ ਕਰਨ ਦੀ ਸੋਚ ਲੈਂਦੇ ਆ, ਪਰ ਉਹ ਇਹ ਨਹੀਂ ਸੋਚਦੇ ਵੀ ਯਾਰ ਮੈਂ ਇਹਨੂੰ ਅੱਗੇ ਵੀ ਕਰਾਂਗਾ। ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਿਆ, ਉਹ ਮੈਨੂੰ ਕਹਿੰਦੇ ਆ ਕਿ ਯਾਰ ਕੰਮ ਤੇ ਤੇਰਾ ਬਹੁਤ ਵਧੀਆ, ਅਸੀਂ ਕਰ ਵੀ ਲਵਾਂਗੇ, ਪਰ ਅਸੀਂ ਕਿਸੇ ਨੂੰ ਅੱਗੇ ਨਹੀਂ ਕਹਿ ਸਕਦੇ ਵੀ ਤੂੰ ਵੀ ਜੁਆਇਨ ਕਰ। ਜੀ ਸਰ। ਯੈਸ। ਤਾਂ ਮੈਂ ਪੁੱਛਣਾ ਚਾਹਾਂਗਾ ਦੋਸਤ ਕਿ ਅਸੀਂ ਕਿਉਂ ਨਹੀਂ ਕਹਿ ਸਕਦੇ?
ਤੁਸੀਂ ਖੁਦ ਸੋਚ ਕੇ ਦੇਖੋ, ਜਦੋਂ ਤੁਹਾਡਾ ਕੋਈ ਦੋਸਤ ਡਾਕਟਰ ਬਣਦਾ, ਉਹ ਆਪਣੇ ਸਾਰੇ ਦੋਸਤਾਂ ਨੂੰ, ਸਾਰੇ ਰਿਸ਼ਤੇਦਾਰਾਂ ਨੂੰ, ਸਾਰੇ ਗੁਆਂਢੀਆਂ ਨੂੰ, ਸਾਰੇ ਸਰਕਲ ਨੂੰ, ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਪਰ ਉਹ ਆਪਣੇ ਆਪ ਨੂੰ ਦੱਸਦਾ ਹੈਗਾ ਕਿ ਤੁਹਾਡਾ ਭਰਾ ਡਾਕਟਰ ਬਣ ਗਿਆ। ਰੱਬ ਨਾ ਕਰੇ ਕਿਤੇ ਐਮਰਜੈਂਸੀ ਪੈਂਦੀ ਆ, ਅੱਧੀ ਰਾਤ ਨੂੰ ਜਦੋਂ ਮਰਜ਼ੀ ਯਾਦ ਕਰਿਓ, ਆਪਾਂ ਹਾਜ਼ਰ ਹਾਂ। ਯੈਸ ਸਰ। ਜਦੋਂ ਕੋਈ ਇਨਸਾਨ ਇੱਕ ਵਕੀਲ ਬਣਦਾ, ਐਡਵੋਕੇਟ ਬਣਦਾ, ਉਹ ਆਪਣੇ ਸਾਰੇ ਦੋਸਤਾਂ ਨੂੰ, ਰਿਸ਼ਤੇਦਾਰਾਂ ਨੂੰ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਅਨਾਉਂਸ ਕਰਦਾ ਕਿ ਤੁਹਾਡਾ ਭਰਾ, ਤੁਹਾਡਾ ਦੋਸਤ, ਤੁਹਾਡਾ ਬੱਚਾ ਇੱਕ ਐਡਵੋਕੇਟ ਬਣ ਗਿਆ। ਰੱਬ ਨਾ ਕਰੇ ਕਿਸੇ ਨਾਲ ਪੰਗਾ ਪੈ ਗਿਆ ਤਾਂ ਟੈਨਸ਼ਨ ਨਾ ਲਓ, ਬਚਾ ਲਾਂਗੇ, ਆਪਾਂ ਹੈਗੇ ਆ। ਯੈਸ। ਤਾਂ ਜੇ ਹੁਣ ਸਾਨੂੰ ਪ੍ਰਮਾਤਮਾ ਨੇ ਮੌਕਾ ਦਿੱਤਾ ਜ਼ਿੰਦਗੀ ਚ ਅੱਗੇ ਵਧਣ ਦਾ, ਕਰੋੜਪਤੀ ਬਣਨ ਦਾ, ਸੁਪਨੇ ਪੂਰੇ ਕਰਨ ਦਾ, ਅਸੀਂ ਆਪਣੇ ਦੋਸਤਾਂ ਨੂੰ, ਰਿਸ਼ਤੇਦਾਰਾਂ ਨੂੰ, ਠੀਕ ਹੈ ਨਾ, ਕਿਉਂ ਨਹੀਂ ਕਹਿ ਸਕਦੇ ਕਿ ਤੁਹਾਡੇ ਬੱਚੇ ਨੂੰ ਅੱਜ ਇੱਕ ਮੌਕਾ ਮਿਲ ਗਿਆ ਜ਼ਿੰਦਗੀ ਦੇ ਵਿੱਚ, ਠੀਕ ਹੈ ਨਾ, ਆਪਣੀ ਹਰ ਇੱਕ ਵਿਸ਼ ਪੂਰੀ ਕਰਨ ਦਾ। ਜੇ ਤੁਸੀਂ ਵੀ ਜ਼ਿੰਦਗੀ ਦੇ ਵਿੱਚ ਕੁਝ ਬਣਨਾ ਚਾਹੁੰਦੇ ਹੈਗੇ ਹੋ ਤਾਂ ਯਾਦ ਜ਼ਰੂਰ ਕਰਿਓ। ਅਸੀਂ ਕਿਉਂ ਨਹੀਂ ਕਹਿ ਸਕਦੇ ਦੋਸਤ? ਯੈਸ ਸਰ। ਰਾਈਟ। ਸਮਝਣ ਦੀ ਜ਼ਰੂਰਤ ਹੈ ਦੋਸਤ ਇਸ ਚੀਜ਼ ਨੂੰ, ਕਿਉਂਕਿ ਜਿੰਨਾ ਤੁਸੀਂ ਇਸ ਇੰਡਸਟਰੀ ਨੂੰ ਗਹਿਰਾਈ ਨਾਲ ਸਮਝੋਗੇ ਉਨਾ ਹੀ ਤੁਸੀਂ, ਜੇ ਆਪਾਂ ਗੱਲ ਕਰੀਏ ਦੋਸਤ ਇਸ ਇੰਡਸਟਰੀ ਦੀ, ਤਾਂ ਇਸ ਇੰਡਸਟਰੀ ਦੇ ਵਿੱਚ ਦੋਸਤ ਅੱਜ ਮੈਂ ਹੀ ਨਹੀਂ, ਸਾਡੇ ਜਿੰਨੇ ਵੀ ਦੁਨੀਆ ਦੇ ਵਿਦਵਾਨ ਹੈਗੇ ਆ, ਫਿਲਾਸਫਰ ਹੈਗੇ ਆ, ਉਹ ਇਸ ਇੰਡਸਟਰੀ ਨੂੰ ਕਰਨ ਦੀ ਸਾਨੂੰ ਸਲਾਹ ਜਿਹੜੀ ਹੈਗੀ ਆ ਉਹ ਦਿੰਦੇ ਪਏ ਹੈਗੇ ਆ ਦੋਸਤ। ਦੁਨੀਆ ਦੇ ਵਿੱਚ ਸਭ ਤੋਂ ਵੱਧ ਪੜ੍ਹੇ ਲਿਖੇ ਲੋਕਾਂ 'ਚ ਇੱਕ ਨਾਮ ਆਉਂਦਾ ਹੈਗਾ ਦੋਸਤ, ਡਾਕਟਰ APJ ਅਬਦੁਲ ਕਲਾਮ। ਉਹ ਇਸ ਇੰਡਸਟਰੀ ਬਾਰੇ ਕੀ ਕਹਿੰਦੇ ਪਏ ਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਦੋਸਤ। ਉਹ ਕਹਿੰਦੇ ਹੈਗੇ, ਕਹਿੰਦੇ ਨੈਟਵਰਕ ਮਾਰਕੀਟਿੰਗ ਇਜ਼ ਦਾ ਫਾਸਟੈਸਟ ਐਂਡ ਗਰੋਇੰਗ ਬਿਜ਼ਨਸ ਆਫ 21st century which must be joined by every young man and woman for take the best of a youth age। ਉਹ ਕਹਿੰਦੇ ਨੈਟਵਰਕਿੰਗ 21ਵੀਂ ਸਦੀ ਦਾ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਅੱਗੇ ਵੱਧਦਾ ਪ੍ਰੋਫੈਸ਼ਨ ਆ, ਜਿਹੜਾ ਦੁਨੀਆ ਦੇ ਹਰ ਨੌਜਵਾਨ ਤੇ ਔਰਤ ਨੂੰ ਕਰਨਾ ਚਾਹੀਦਾ। ਇਹ ਡਾਕਟਰ ਕਲਾਮ ਕਹਿ ਰਹੇ ਆ ਦੋਸਤ, ਠੀਕ ਹੈ ਨਾ। ਔਰ ਜੇ ਆਪਾਂ ਗੱਲ ਕਰੀਏ ਦੋਸਤ ਸਾਡੀ ਇੰਡੀਆ ਗਵਰਨਮੈਂਟ ਦੀ, ਕਿ ਉਹ ਇਸ ਇੰਡਸਟਰੀ ਬਾਰੇ ਕੀ ਕਹਿੰਦੀ ਹੈਗੀ, ਸਾਡੀ ਇੰਡੀਆ ਗਵਰਨਮੈਂਟ ਜਿਹੜੀ ਹੈਗੀ ਇਸ ਇੰਡਸਟਰੀ ਬਾਰੇ ਕਹਿ ਰਹੀ ਆ ਦੋਸਤ, ਕਿਉਂਕਿ ਜਿਹੜੀ ਇਹ ਇੰਡਸਟਰੀ ਹੈਗੀ ਆ ਇਹ ਕੰਜ਼ਿਊਮਰ ਅਫੇਅਰਸ ਦੇ ਅੰਡਰ ਆਉਂਦੀ ਆ, ਔਰ ਕੰਜ਼ਿਊਮਰ ਅਫੇਅਰਸ ਦੇ ਜਿਹੜੇ ਮਿਨਿਸਟਰ ਹੈਗੇ ਆ ਉਹ ਰਾਮ ਵਿਲਾਸ ਪਾਸਵਾਨ ਜੀ ਹੈਗੇ ਆ। ਔਰ ਰਾਮ ਵਿਲਾਸ ਪਾਸਵਾਨ ਇਸ ਇੰਡਸਟਰੀ ਬਾਰੇ ਕੀ ਸਟੇਟਮੈਂਟ ਦੇ ਰਿਹਾ ਤੁਹਾਨੂੰ ਦੱਸਣੀ ਚਾਹ ਰਹੇ ਆ। ਉਹ ਕਹਿੰਦੇ ਹੈਗੇ ਆ ਕਿ ਨੈਟਵਰਕ ਮਾਰਕੀਟਿੰਗ ਫਿਊਚਰ ਬਿਜ਼ਨਸ ਇਨ ਇੰਡੀਆ। ਉਹਨੇ ਇਹ ਨਹੀਂ ਕਿਹਾ ਕੋਈ ਸਕੀਮ ਆ, ਕੋਈ ਸਕੈਮ ਆ, ਕੋਈ ਫਰਾਡ ਹੈ। ਉਹ ਕਹਿੰਦਾ ਨੈਟਵਰਕ ਮਾਰਕੀਟਿੰਗ ਇਜ਼ ਦਾ ਫਿਊਚਰ ਬਿਜ਼ਨਸ ਇਨ ਇੰਡੀਆ which will give the revenue of 9,000 crore to Indian government till 2025, ਜਿਹੜਾ ਕਿ 2025 ਤੱਕ ਇੰਡੀਆ ਗਵਰਨਮੈਂਟ ਨੂੰ 9,000 ਕਰੋੜ ਦਾ ਮੁਨਾਫਾ ਦੇਣ ਵਾਲਾ ਦੋਸਤ ਸਾਡੀ ਗਵਰਨਮੈਂਟ ਕਹਿ ਰਹੀ ਹੈ। ਅਸੀਂ ਖੁਦ ਸੋਚ ਕੇ ਦੇਖੀਏ ਕਿ ਦੋਸਤ ਜਿਹੜੀ ਇੰਡਸਟਰੀ ਅੱਜ ਸਾਡੀ ਇਕਨੋਮੀ ਨੂੰ ਸਟਰੋਂਗ ਹੋਣ ਦੇ ਵਿੱਚ ਸਭ ਤੋਂ ਵੱਡਾ ਕੰਟਰੀਬਿਊਟ ਕਰਦੀ ਪਈ ਹੈਗੀ ਆ, ਤਾਂ ਉਹ ਇੰਡਸਟਰੀ ਅੱਜ ਮਾੜੀ ਕਿੱਦਾਂ ਹੋ ਸਕਦੀ ਹੈ? ਬਟ ਲੈਕ ਆਫ ਨੌਲੇਜ ਜਿਹੜਾ ਹੈਗਾ, ਅਸੀਂ ਇਸ ਇੰਡਸਟਰੀ ਨੂੰ ਚੰਗਾ ਜਾਂ ਮਾੜੇ ਦਾ ਦਰਜਾ ਦਿੰਦੇ ਆ। ਇੱਕ ਟਾਈਮ ਤੇ ਮੈਂ ਵੀ ਸੀ, ਅੱਜ ਤੁਸੀਂ ਵੀ ਹੋ ਸਕਦੇ ਹੋ, ਲੇਕਿਨ ਇਸ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈ ਦੋਸਤ ਕਿ ਜੇ ਸਾਡੀ ਗਵਰਨਮੈਂਟ ਇਸ ਚੀਜ਼ ਲਈ ਸਾਨੂੰ ਐਪਰੀਸ਼ੀਏਟ ਕਰ ਰਹੀ ਹੈਗੀ ਆ, ਠੀਕ ਹੈ ਨਾ, ਸਾਡੇ ਫਿਲਾਸਫਰ ਦੁਨੀਆ ਦੇ ਇਸ ਇੰਡਸਟਰੀ ਨੂੰ ਕਰਨ ਦੀ ਸਲਾਹ ਦੇ ਰਹੇ ਆ, ਤਾਂ ਸਾਨੂੰ ਵੀ ਇਸ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈ ਦੋਸਤ। ਔਰ ਮੈਂ ਵੀ ਸਮਝਿਆ ਸੀ ਦੋਸਤ, ਜ਼ਿੰਦਗੀ ਟੋਟਲੀ ਬਦਲ ਗਈ ਹੈਗੀ ਆ ਇਸ ਇੰਡਸਟਰੀ ਨੂੰ ਕਰਨ ਦੇ 5 ਸਾਲ ਦੇ ਅੰਦਰ ਦੋਸਤ। ਮੈਂ ਇਸ ਇੰਡਸਟਰੀ ਦੇ ਵਿੱਚੋਂ ਘਰ ਬਣਾ ਗਿਆ ਸੀ, ਗੱਡੀ ਲੈ ਗਿਆ ਸੀ, ਫੋਰਨ ਜਾ ਆਇਆ ਸੀ, ਇਸ ਕੰਮ ਚੋਂ ਰਿਟਾਇਰਮੈਂਟ ਲੈ ਗਿਆ ਸੀ, ਔਰ 1 ਮਹੀਨੇ ਦਾ ਜੇ ਮੈਂ ਗੱਲ ਕਰਾਂ ਦੋਸਤ 3.5 ਲੱਖ ਰੁਪਇਆ ਟੱਚ ਕਰ ਗਿਆ ਸੀਗਾ ਸਿਰਫ 5 ਸਾਲ। ਯਾਨੀ ਕਿ ਜੋ ਮੈਂ ਆਪਣੀ ਪੂਰੀ ਲਾਈਫ ਦੇ ਵਿੱਚ ਇਸ ਇੰਡਸਟਰੀ ਦੇ ਵਿੱਚੋਂ ਗੇਨ ਕਰਨਾ ਸੀ ਦੋਸਤ, 5 ਸਾਲ ਦੇ ਵਿੱਚ ਇਸ ਇੰਡਸਟਰੀ ਦੇ ਵਿੱਚੋਂ ਉਹ ਚੀਜ਼ਾਂ ਗੇਨ ਕਰ ਲਈਆਂ ਸੀ। ਉਹੀ ਮੌਕਾ ਪਰਮਾਤਮਾ ਨੇ ਤੁਹਾਨੂੰ ਦਿੱਤਾ ਦੋਸਤ। ਉਸ ਤੋਂ ਬਾਅਦ ਮੇਰੀ ਮੈਰਿਜ ਹੋਈ ਹੈਗੀ ਆ, ਪਰ ਅੱਜ ਆਪਣੀ ਵਾਈਫ ਦੇ ਬਹੁਤ ਸਾਰੇ ਸੁਪਨੇ ਪੂਰੇ ਕੀਤੇ ਹੈਗੇ ਆ ਦੋਸਤ। ਮੈਨੂੰ ਨਹੀਂ ਪਤਾ ਤੁਸੀਂ ਆਪਣੇ ਪਾਰਟਨਰ ਲਈ ਲੱਖ ਰੁਪਏ ਖਰਚਿਆ, ਉਹਦੇ ਡ੍ਰੀਮ ਲਈ 2 ਲੱਖ ਖਰਚਿਆ, 4 ਖਰਚਿਆ, ਮੈਨੂੰ ਨਹੀਂ ਪਤਾ, ਪਰ ਮੈਂ ਆਪਣੇ ਲਾਈਫ ਪਾਰਟਨਰ ਦੇ ਇੱਕ ਡ੍ਰੀਮ ਦੇ ਲਈ 9.5 ਲੱਖ ਰੁਪਏ ਖਰਚਿਆ ਦੋਸਤ। ਉਹਨਾਂ ਦਾ ਡ੍ਰੀਮ ਸੀ ਕਿ ਉਹਨਾਂ ਨੂੰ ਹੋਂਡਾ ਮੇਜ਼ ਗੱਡੀ ਅੱਛੀ ਲੱਗਦੀ ਸੀ ਦੋਸਤ, ਤਾਂ ਉਹਨਾਂ ਦੇ ਬਰਥਡੇ ਦੇ ਉੱਪਰ ਜਿਹੜੀ ਹੈਗੀ ਆ 9.5 ਲੱਖ ਰੁਪਏ ਦੀ ਹੋਂਡਾ ਮੇਜ਼ ਉਹਨਾਂ ਨੂੰ ਗਿਫਟ ਕੀਤੀ ਹੈ ਦੋਸਤ। ਵੰਡਰਫੁਲ ਸਰ। ਉਸ ਤੋਂ ਨੈਕਸਟ ਜੇ ਗੱਲ ਕਰੀਏ ਦੋਸਤ, ਉਹਨਾਂ ਦੇ ਬਰਥਡੇ ਦੇ ਉੱਪਰ ਉਹਨਾਂ ਨੂੰ ਐਕਟਿਵਾ ਗਿਫਟ ਕੀਤੀ ਹੈਗੀ ਆ। ਨੈਕਸਟ ਆਪਣੀ ਐਨੀਵਰਸਰੀ ਦੇ ਉੱਪਰ 3 ਲੱਖ ਰੁਪਏ ਦਾ 골ਡ ਗਿਫਟ ਕੀਤਾ ਹੈਗਾ ਦੋਸਤ। ਬਹੁਤ ਸਾਰੀਆਂ ਮੈਮਰੀਜ਼, ਬਹੁਤ ਸਾਰੇ ਟੂਲਸ, ਅੱਜ ਲਾਈਫ ਟੋਟਲੀ ਚੇਂਜ ਹੋ ਚੁੱਕੀ ਹੈਗੀ ਆ ਦੋਸਤ। ਇਹ ਸਭ ਕੁਝ ਜੇ ਪੋਸੀਬਲ ਹੋਇਆ ਬਿਕੋਜ਼ ਆਫ ਨੈਟਵਰਕ ਮਾਰਕੀਟਿੰਗ ਇੰਡਸਟਰੀ। ਅੱਜ ਉਹੀ ਮੌਕਾ ਤੁਹਾਡੇ ਲਈ ਹੈਗਾ ਦੋਸਤ। ਇਹ ਸਭ ਕੁਝ ਜੇ ਮੈਨੂੰ ਪਹਿਚਾਣ ਮਿਲੀ ਆ ਤਾਂ ਸਿਰਫ ਡਿਊ ਸੌਫਟ ਦੀ ਵਜ੍ਹਾ ਦੇ ਨਾਲ ਮਿਲੀ ਆ। ਮੈਂ ਇੱਕ ਕਰੋੜਪਤੀ ਬਾਪ ਦੀ ਔਲਾਦ ਨਹੀਂ ਆ ਦੋਸਤ, ਕਿਉਂਕਿ ਉਹਨਾਂ ਨੂੰ ਮੌਕਾ ਨਹੀਂ ਮਿਲਿਆ। ਮੇਰੇ ਪਾਪਾ ਨੇ 37 ਸਾਲ ਗਵਰਨਮੈਂਟ ਸਰਵਿਸ ਕੀਤੀ, ਜ਼ਿੰਦਗੀ 'ਚ ਮੌਕਾ ਨਹੀਂ ਮਿਲਿਆ ਕਰੋੜਪਤੀ ਬਣਨ ਦਾ। ਮੇਰੇ ਦਾਦਾ ਜੀ ਅੱਜ 95 ਸਾਲ ਦੇ ਹੈਗੇ ਆ, ਸਾਰੀ ਜ਼ਿੰਦਗੀ ਖੇਤੀ ਕੀਤੀ ਆ, ਮੌਕਾ ਨਹੀਂ ਮਿਲਿਆ ਕਰੋੜਪਤੀ ਬਣਨ ਦਾ। ਮੈਨੂੰ ਮੌਕਾ ਮਿਲਿਆ ਦੋਸਤ, ਸ਼ੁਕਰ ਕਰਦਾ ਪਰਮਾਤਮਾ ਦਾ, ਉਸ ਮੌਕੇ ਨੂੰ ਪਹਿਚਾਣਿਆ। ਔਰ ਅੱਜ ਮੇਰਾ ਬੇਟਾ 3.5 ਸਾਲ ਦਾ ਦੋਸਤ, ਜਦੋਂ ਉਹ ਵੱਡਾ ਹੋਏਗਾ ਉਹ ਪ੍ਰਾਊਡ ਨਾਲ ਕਹੇਗਾ ਦੋਸਤ ਕਿ ਮੈਂ ਇੱਕ ਕਰੋੜਪਤੀ ਬਾਪ ਦੀ ਔਲਾਦ ਹਾਂ ਦੋਸਤ। ਸ਼ੁਕਰ ਕਰਦੇ ਇਸ ਇੰਡਸਟਰੀ ਨੇ ਉਹ ਆਨਰ ਦਿੱਤਾ ਦੋਸਤ। ਅੱਜ ਉਹੀ ਮੌਕਾ ਤੁਹਾਡੇ ਕੋਲੇ ਹੈਗਾ।
ਸੋ ਅੱਜ ਆਪਣੇ ਆਪ ਨੂੰ ਦੋਸਤ ਇੱਕ ਸਵਾਲ ਪੁੱਛਣ ਦੀ ਜ਼ਰੂਰਤ ਹੈਗੀ ਆ ਕਿ ਜੇ ਤੁਸੀਂ ਵਾਕਈ ਹੀ ਆਪਣੇ ਖਾਨਦਾਨ ਦੇ ਪਹਿਲੇ ਕਰੋੜਪਤੀ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਸੋਚੋ ਦੋਸਤ ਕਿ ਜਿਹੜਾ ਪ੍ਰੋਫੈਸ਼ਨ ਤੁਸੀਂ ਅੱਜ ਚੂਜ਼ ਕਰਨ ਦੇ ਬਾਰੇ ਸੋਚ ਰਹੇ ਹੋ ਕਿ ਉਸ ਲਾਈਨ ਦੇ ਵਿੱਚੋਂ ਤੁਸੀਂ 5 ਸਾਲ 10 ਸਾਲ 15 ਸਾਲ 20 ਸਾਲ 'ਚ ਬਣ ਜਾਓਗੇ। ਜੇ ਨਹੀਂ ਦੋਸਤ ਤਾਂ ਇਸ ਇੰਡਸਟਰੀ ਦੇ ਵਿੱਚੋਂ ਡੈਫੀਨਿਟਲੀ ਬਣੋਗੇ, ਕਿਉਂਕਿ ਮੇਰੇ ਅੱਜ ਜਿੰਨੇ ਵੀ ਸੀਨੀਅਰ ਆ ਸਾਰੇ ਕਰੋੜਪਤੀ ਹੈਗੇ ਆ। ਮੇਰੀ ਟੀਮ ਦੇ ਵਿੱਚ ਵੀ ਇਦਾਂ ਦੇ ਬੰਦੇ ਆ ਜਿਹੜੇ ਲੱਖਾਂ ਰੁਪਏ ਮਹੀਨਾ ਕਮਾ ਰਹੇ ਆ। ਜੇ ਮੇਰੀ ਟੀਮ ਦੇ ਵਿੱਚ ਲੋਕੀ ਲੱਖਾਂ ਰੁਪਏ ਮਹੀਨਾ ਕਮਾ ਸਕਦੇ, ਮੇਰੇ ਸੀਨੀਅਰਸ ਕਰੋੜਾਂ ਕਮਾ ਸਕਦੇ ਆ, ਤੁਸੀਂ ਕਿਉਂ ਨਹੀਂ ਕਮਾ ਸਕਦੇ ਦੋਸਤ? ਯੈਸ ਸਰ, ਯੈਸ। ਸੋ ਇਸ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈ ਦੋਸਤ। ਤਾਂ ਲਾਸਟ ਦੇ ਵਿੱਚ ਕੁਝ ਸਵਾਲਾਂ ਦੇ ਨਾਲ ਆਪਣੀ ਗੱਲ ਨੂੰ ਵਾਈਂਡ ਅਪ ਕਰਨ ਜਾ ਰਹੇ ਹਾਂ ਦੋਸਤ, ਕਿ ਜੇ ਵਾਕਈ ਹੀ ਤੁਸੀਂ ਚਾਹੁੰਦੇ ਹੈਗੇ ਹੋ ਦੋਸਤ ਕਿ ਆਪਣੇ ਖਾਨਦਾਨ ਦੇ ਪਹਿਲੇ ਕਰੋੜਪਤੀ ਬਣਨਾ ਤਾਂ ਇਹ ਪ੍ਰੋਫੈਸ਼ਨ ਤੁਹਾਡੇ ਲਈ ਆ ਦੋਸਤ। ਜੇ ਤੁਸੀਂ ਵੀ ਸੋਚਿਆ ਕਿ ਆਪਣੇ ਸਿਗਨੇਚਰਸ ਨੂੰ ਆਟੋਗ੍ਰਾਫ ਦੇ ਵਿੱਚ ਚੇਂਜ ਕਰਨਾ, ਇਹ ਪ੍ਰੋਫੈਸ਼ਨ ਤੁਹਾਡੇ ਲਈ ਆ ਦੋਸਤ। ਜੇ ਤੁਸੀਂ ਵੀ ਸੋਚਿਆ ਕਿ ਤੁਸੀਂ ਚੀਫ ਗੈਸਟ ਬਣ ਕੇ ਜਾਓ ਤੇ ਲੋਕੀ ਤੁਹਾਨੂੰ ਸੁਣਨ ਦੇ ਲਈ ਆਉਣ, ਇਹ ਪ੍ਰੋਫੈਸ਼ਨ ਤੁਹਾਡੇ ਲਈ ਆ। ਜੇ ਤੁਸੀਂ ਵੀ ਚਾਹੁੰਦੇ ਹੋ ਦੋਸਤ ਕਿ ਤੁਹਾਡੀ ਵੈਲਿਊ ਇੰਨੀ ਕੁ ਵੱਧ ਜਾਏ ਕਿ ਲੋਕੀ ਟਿਕਟ ਖਰਚ ਕਰਕੇ ਤੁਹਾਨੂੰ ਸੁਣਨ ਲਈ ਆਉਣ, ਇਹ ਪ੍ਰੋਫੈਸ਼ਨ ਤੁਹਾਡੇ ਲਈ ਆ। ਔਰ ਜੇ ਤੁਸੀਂ ਵੀ ਚਾਹੁੰਦੇ ਹੈਗੇ ਹੋ ਦੋਸਤ ਕਿ ਤੁਹਾਡੇ ਬੱਚੇ ਤੁਹਾਨੂੰ ਰੋਲ ਮਾਡਲ ਮੰਨਣ, ਤੁਹਾਨੂੰ ਆਪਣੀ ਜ਼ਿੰਦਗੀ ਦਾ ਆਈਡੀਅਲ ਮੰਨਣ, ਕਿ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਸਮਝਾਉਣ ਦੇ ਲਈ ਕਿਸੇ ਦੂਜੇ ਦੀ ਐਗਜ਼ਾਮਪਲ ਨਾ ਦੇਣੀ ਪਵੇ, ਇਹ ਪ੍ਰੋਫੈਸ਼ਨ ਤੁਹਾਡੇ ਲਈ ਆ। ਗ੍ਰੇਟ ਸਰ। ਇਸ ਪ੍ਰੋਫੈਸ਼ਨ ਨੇ ਜੇ ਮੇਰੀ ਜ਼ਿੰਦਗੀ ਬਦਲੀ ਆ, ਜੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲੀ ਆ, ਤਾਂ ਤੁਹਾਡੀ ਵੀ ਬਦਲੂਗਾ। ਦੋਸਤ ਜ਼ਰੂਰਤ ਹੈਗੀ ਵਿਸ਼ਵਾਸ ਕਰਨ ਦੀ। ਸੋ ਗੱਲਾਂ ਬਹੁਤ ਸਾਰੀਆਂ ਹੈਗੀਆਂ। ਲਾਸਟ ਦੇ ਵਿੱਚ ਇਹੀ ਕਹੂੰਗਾ ਕਿ ਜੇ ਕਿਸੇ ਇਨਸਾਨ ਦਾ ਅਜੇ ਵੀ ਕੋਈ ਸਵਾਲ ਹੈਗਾ, ਕੋਈ ਸਮਝ ਨਹੀਂ ਆਇਆ, ਤਾਂ ਜਿਸ ਪਰਸਨ ਨੇ ਤੁਹਾਨੂੰ ਇਸ ਮੀਟਿੰਗ ਦੇ ਵਿੱਚ ਬੁਲਾਇਆ ਹੈਗਾ, ਇਸ ਮੀਟਿੰਗ ਤੋਂ ਬਾਅਦ ਤੁਸੀਂ ਪਰਸਨਲੀ ਉਹਨਾਂ ਦੇ ਨਾਲ ਗੱਲ ਕਰਕੇ ਸਾਰੀਆਂ ਚੀਜ਼ਾਂ ਕਲੀਅਰ ਕਰ ਸਕਦੇ ਹੋ ਤੇ ਸ਼ੁਰੂਆਤ ਕਰ ਸਕਦੇ ਹੋ। ਤਾਂ ਸ਼ੁਰੂਆਤ ਕਰੋ ਦੋਸਤ। ਸਾਡੀਆਂ ਬੈਸਟ ਵਿਸ਼ੇਸ ਤੁਹਾਡੇ ਨਾਲ ਆ। ਪਰਮਾਤਮਾ ਨੇ ਸਾਡੀ ਬਾਹ ਫੜੀ ਆ, ਸਾਨੂੰ ਮੌਕਾ ਦਿੱਤਾ, ਔਰ ਇਦਾਂ ਦੇ ਮੌਕੇ ਜ਼ਿੰਦਗੀ 'ਚ ਬਾਰ-ਬਾਰ ਨਹੀਂ ਮਿਲਦੇ। ਯੈਸ ਸਰ, ਆਪਾਂ ਬਹੁਤ ਲੱਕੀ ਆ। ਮੇਰੀਆਂ ਕਿੰਨੀਆਂ ਪੀੜ੍ਹੀਆਂ ਨਿਕਲ ਗਈਆਂ, ਕਿਸੇ ਨੂੰ ਮੌਕਾ ਨਹੀਂ ਮਿਲਿਆ ਕਰੋੜਪਤੀ ਬਣਨ ਦਾ। ਤੁਸੀਂ ਖੁਦ ਸੋਚ ਕੇ ਦੇਖੋ, ਤੁਹਾਡੀਆਂ ਕਿੰਨੀਆਂ ਪੀੜ੍ਹੀਆਂ ਨਿਕਲੀਆਂ, ਕਿਸੇ ਨੂੰ ਮੌਕਾ ਨਹੀਂ ਮਿਲਿਆ ਕਰੋੜਪਤੀ ਬਣਨ ਦਾ। ਆਪਾਂ ਨੂੰ ਪਰਮਾਤਮਾ ਨੇ ਮੌਕਾ ਦਿੱਤਾ, ਸੋ ਇਸ ਮੌਕੇ ਨੂੰ ਪਹਿਚਾਨਣ ਦੀ ਜ਼ਰੂਰਤ ਹੈ ਦੋਸਤ। ਯੈਸ ਯੈਸ ਸਰ, ਠੀਕ ਹੈ ਨਾ। ਸਿਆਣੇ ਕਹਿੰਦੇ ਆ ਕਿ ਵਕਤ ਤੋਂ ਪਹਿਲਾਂ ਤੇ ਕਿਸਮਤ ਤੋਂ ਬਿਨਾਂ ਕੁਝ ਨਹੀਂ ਮਿਲਦਾ। ਯੈਸ ਯੈਸ ਸਰ, ਪਰ ਸਿਆਣੇ ਇੱਕ ਚੀਜ਼ ਇਹ ਵੀ ਕਹਿ ਕੇ ਗਿਆ ਦੋਸਤ ਕਿ ਸਮਾਂ ਬੀਤ ਜਾਣ ਤੋਂ ਬਾਅਦ ਵੀ ਕਿਸੇ ਨੂੰ ਕੁਝ ਨਹੀਂ ਮਿਲਦਾ। तो मैं नहीं चाहता ਤੁਹਾਡਾ ਸਮਾਂ ਬੀਤ ਜੇ ਦੋਸਤ, ਕਿਉਂਕਿ ਸਮਾਂ ਬੀਤ ਜਾਣ ਤੋਂ ਬਾਅਦ ਸਿਰਫ ਪਛਤਾਵਾ ਹੀ ਰਹਿ ਜਾਂਦਾ। ਮੈਂ ਨਹੀਂ ਚਾਹता ਤੁਹਾਡੇ ਹੱਥ ਪਛਤਾਵਾ ਰਹੇ। ਸੋ ਅੱਜ ਪਰਮਾਤਮਾ ਨੇ ਮੌਕਾ ਦਿੱਤਾ, ਸੋ ਗ੍ਰੈਬ ਕਰੋ ਇਸ ਅਪਰਚੂਨਿਟੀ ਨੂੰ, ਠੀਕ ਹੈ ਨਾ। ਸੋ ਮਿਲਾਂਗੇ ਦੋਸਤ ਦੁਬਾਰਾ ਇੱਕ ਨਵੇਂ ਜੋਸ਼ ਦੇ ਨਾਲ, ਇੱਕ ਨਵੇਂ ਜਨੂਨ ਦੇ ਨਾਲ। ਸੋ ਇਹਨਾਂ ਲਫ਼ਜ਼ਾਂ ਦੇ ਨਾਲ ਤੁਹਾਡੇ ਸਾਰਿਆਂ ਤੋਂ ਵਿਦਾ ਲਵਾਂਗਾ ਦੋਸਤ। ਵਿਸ਼ ਯੂ ਆਲ ਦਾ ਵੈਰੀ ਬੈਸਟ। ਥੈਂਕ ਯੂ ਵੈਰੀ ਮਚ ਦੋਸਤ। ਥੈਂਕ ਯੂ ਸਰ। ਸੋ ਦੋਸਤ, ਸਰ ਨੇ ਆਪਾਂ ਨੂੰ ਬਹੁਤ ਹੀ ਵੰਡਰਫੁਲ ਤਰੀਕੇ ਨਾਲ ਆਪਣਾ ਐਕਸਪੀਰੀਅੰਸ ਹੈ ਜੋ ਸ਼ੇਅਰ ਕੀਤਾ ਜੀ। ਸਰ ਦਾ ਥੈਂਕਸ ਕਰਦੇ